क्योंकि सानू मैनू ये नहीं समझ नहीं, सानू समाज का अंग समझिया ही नहीं जाता। क्यों नहीं समझा जाता? साडी वोट नहीं पूरी, साडे माँ बाप नहीं, साडे भैन भाई नहीं, साडा भी परिवार आ, असीं साडा भी दिल आ, साडा भी दिमाग आ। हाँ जी, सारा कुछ लिख के मैं मेरे को बकायदा प्रूफ पे ने ਜਿਹੜੇ ਮੈਂ ਇਹਨਾਂ ਨੂੰ ਚਿੱਠੀਆਂ ਦਿੱਤੀਆਂ ਨੇ ਕਿ ਜੀ ਸਾਡੇ ਸਰਕਾਰ ਜੋ ਅਸੈਸ਼ਨ ਇੰਨੇ ਨਿਕਲ ਗਏ ਕਿ ਬਿਜਲੀ ਪਾਣੀ ਦਾ ਮੁੱਦਾ ਕੇਜਰੀਵਾਲ ਸਾਹਿਬ ਤਾਂ ਅੱਜ ਕਰ ਰਹੇ ਨੇ। ਮੈਂ ਤਾਂ 2017-16 ਤੋਂ ਗੱਲ ਕਰਦਾ ਆ ਰਿਹਾ ਕਿ ਬਿਜਲੀ ਪਾਣੀ ਆਂਗੀ ਇਹਨਾਂ ਨੂੰ ਫ੍ਰੀ ਦੇ ਦਿਓ। ਵੋਟਾਂ ਤੋਂ ਪਹਿਲਾਂ 2017 ਦੀਆਂ ਵੋਟਾਂ ਤੋਂ ਪਹਿਲਾਂ ਮੈਨੂੰ ਸਭ ਕੁਝ ਸਾਫ਼-ਸਾਫ਼ ਦਿਖ ਰਿਹਾ ਸੀ, ਪਰ ਜਦੋਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਸਰਕਾਰ ਬਣ ਗਈ, ਉਹ ਧੁੰਦਲਾ ਵੀ ਨਹੀਂ ਦਿਖਿਆ। ਤੁਸੀਂ ਚੇਅਰਮੈਨ ਹੀ ਸੰਭਾਲੀ ਹੈ ਆਪਣੀ ਸਰਕਾਰ ਦੇ ਵਿੱਚ, ਕਾਂਗਰਸ ਸਰਕਾਰ ਦੇ ਵਿੱਚ ਬਤੌਰ ਤੁਸੀਂ ਅੰਗਹੀਨ ਜਿਹੜੇ ਨੇ ਉਹਨਾਂ ਦੇ ਚੇਅਰਮੈਨ ਹੋ ਪੰਜਾਬ ਦੇ, ਲੇਕਿਨ ਉੱਦਾਂ ਸੰਭਾਲ ਰਹੇ ਹੋ ਤੁਸੀਂ ਵੀ, ਲੇਕਿਨ ਇੱਕ ਜ਼ੈਰੋਕਸ ਕਰਕੇ ਆਪਣੇ ਸਾਥੀਆਂ ਨੂੰ ਦਿੱਤੀ ਨਹੀਂ ਗਈ। ਇਹ ਤਾਂ ਬੜੀ ਕਮਾਲ ਦੀ ਗੱਲ ਹੈ। ਉਹਦੇ ਦਾ ਲਾਭ ਲੈ ਲਿਆ ਤੇ ਹੁਣ ਜਦੋਂ ਸਰਕਾਰ ਜਿਹੜੀ ਹੈ ਵੋਟਾਂ ਪੈਣ ਲੱਗੀਆਂ ਤਾਂ ਹੁਣ ਕੌਰ ਸਿੰਘ ਜਾਗ ਗਿਆ। ਮੈਂ ਅੰਗਹੀਣਾਂ ਦੀ ਗੱਲ ਕਰਦਾ, ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰੂੰਗਾ। ਅੰਗਹੀਣ ਦੀ ਕਿਸੇ ਦੀ ਐਪਲੀਕੇਸ਼ਨ ਕੇ ਸਿੱਧੀ ਤੌਰ ਤੇ ਐਕਸੈਪਟ ਹੋ ਕੇ ਉਹਨੂੰ ਚੀਜ਼ ਦੀ ਲੋੜ ਆ ਉਹਨੂੰ ਦੇ ਦਿੱਤੀ ਜਾਵੇ। ਮੈਨੂੰ ਨਹੀਂ ਪਤਾ ਇਹ ਫੰਡ ਕਿੱਥੇ ਜਾਂਦੇ ਆ। ਤੇ ਇੱਕ ਅੰਗਹੀਣ ਬੰਦੇ ਨੂੰ ਜਿਹਨੇ ਬਾਈਟ ਤਾਂ ਦੂਰ ਦੀ ਗੱਲ ਆ, ਉਹਨੇ ਤਾਂ ਐਪਲੀਕੇਸ਼ਨ ਹੀ ਦੇਣੀ ਆ, ਉਹਨੇ ਤਾਂ ਇੱਕ ਮੰਗ ਮੰਗਣੀ ਆ ਵੀ ਮੈਨੂੰ ਆਹ ਚੀਜ਼ ਦੇ ਦਿਓ, ਉਹਨੂੰ ਮਿਲਣੇ ਨਹੀਂ ਦਿੱਤਾ ਜਾਂਦਾ। ਅੰਗਹੀਣ ਦੇਖਣ ਦਾ ਮਤਲਬ, ਜਦੋਂ ਅੰਗਹੀਣ ਦੇਖ ਲਿਆ ਨਾ, ਇਹ ਮੰਗਣ ਆ ਰਿਹਾ, ਇਹਨੂੰ ਕੱਢੋ ਬਾਹਰ, ਕੱਢੋ ਅਸਲ 'ਚ ਉੱਤੋਂ ਕਹਿਣਗੇ ਬਹੁਤ ਵਧੀਆ ਬਹੁਤ ਵਧੀਆ, ਅੰਦਰੋਂ ਕਿਆ ਹੁੰਦਾ ਪੂਣੀ ਮਾਰ ਕੇ ਵੀ ਨੇੜੇ ਨਾ ਲੱਗ ਜੇ, ਕਿਉਂਕਿ ਇਹਨੇ ਮੰਗਣੀ ਆਉਣੀ। ਉਹ ਵੀ ਤਾਂ ਸਰਕਾਰਾਂ ਇੱਦਾਂ ਹੀ ਕਰਦੀਆਂ ਨੇ, ਜਿਹੜੇ ਜਦੋਂ ਤਾਂ ਇਹਨਾਂ ਨੇ ਆਪਦੀਆਂ ਫੈਸਿਲਿਟੀਆਂ MLA ਨੇ ਲੈਣੀ ਹੁੰਦੀਆਂ, ਇਹ ਸਿਰਫ ਨਾਂ ਲਿਖਦੇ ਆ, ਵਾਊਚਰ ਭਰ ਕੇ ਦੇ ਆਉਂਦੇ ਤੇ ਇਹਨਾਂ ਦੇ ਪੈਸੇ ਖਾਤਿਆਂ 'ਚ ਆ ਜਾਂਦੇ ਨੇ। ਇਹ ਹੈਂਡੀਕੈਪਟ ਨਹੀਂ ਐਂ ਕਰ ਸਕਦਾ ਵੀ ਮੈਂ ਜੀ ਇੰਨੇ % ਹੈਂਡੀਕੈਪਟ ਆ, ਮੈਨੂੰ ਆ ਵੀਲਚੇਅਰ ਚਾਹੀਦੀ ਆ, ਮੇਰਾ ਆਧਾਰ ਕਾਰਡ ਨੰਬਰ ਆ। ਆਧਾਰ ਕਾਰਡ ਤਾਂ ਇੱਕ ਬੰਦੇ ਦੇ 2 ਹੋ ਨਹੀਂ ਸਕਦੇ, ਉਂਗਲਾਂ ਵੱਢ ਕੇ ਥੋੜ੍ਹੀ ਹੋਰ ਬਣਾ ਲੂਗਾ ਉਹ। ਕਿਉਂਕਿ ਅੰਗਹੀਣ ਬੰਦੇ ਨਾਲ ਉਹਦੇ ਰਿਸ਼ਤੇਦਾਰ ਵੀ ਨਹੀਂ ਖੜਦੇ, ਉਹਦੇ ਸਕੇ ਮਾਂ ਪਿਓ ਵੀ ਨਹੀਂ ਖੜਦੇ ਹੈਗੇ, ਕਿਉਂਕਿ ਉਹਨਾਂ ਨੂੰ ਉਹ ਜਿਹੜਾ ਇੱਕ ਕਲੰਕ ਲੱਗਦਾ। ਮੈਨੂੰ ਤਾਂ ਲੱਗਦਾ ਵੀ ਜਿਵੇਂ ਅਸੀਂ ਬਹੁਤ ਵੱਡਾ ਕੋਈ ਪਾਪ ਕਰਤਾ ਹੁੰਦਾ ਸੀ ਅੰਗਹੀਣ ਬਣ ਕੇ। ਇਹਨਾਂ ਨੂੰ ਪਾਣੀ ਬਿਜਲੀ ਫ੍ਰੀ ਜੇ ਉਹ ਸਾਰਾ ਕੁਛ ਗੱਲਾਂ, ਇਹ ਨਾ ਕਾਗਜ਼ ਸਾਰੇ ਦਿਖਦੇ ਆ ਵੋਟਾਂ ਦੇ ਨੇੜੇ, ਵੋਟਾਂ ਪੈਣ ਤੋਂ ਪਹਿਲਾਂ। ਇਹ ਇਹਨਾਂ ਦੀ ਪਤਾ ਕੀ ਜਵਾਬ ਹੁੰਦਾ, ਜਦੋਂ ਜੀ ਫੰਕਸ਼ਨ ਹੋਊਗਾ ਉਦੋਂ ਅਸੀਂ ਦੇਵਾਂਗੇ। ਜੇ ਫੰਕਸ਼ਨ ਨਾ ਹੋ, ਤੁਹਾਡਾ ਤਾਂ ਹੁਣ 15 ਅਗਸਤ 26 ਜਨਵਰੀ ਤੋਂ ਫੰਕਸ਼ਨ ਪਿਛਲੇ 2-3 ਸਾਲ ਤੋਂ ਨਹੀਂ ਹੋ ਰਿਹਾ ਕੋਵਿਡ ਕਰਕੇ, ਤੇ ਇਹਦਾ ਮਤਲਬ ਅੰਗਹੀਣ ਦੀ ਲੋੜ ਹੀ ਨਹੀਂ, ਉਹਦੀ ਮਤਲਬ ਉਹਨੂੰ ਵੀਲਚੇਅਰ ਮਿਲ ਗਈ। ਉਹ ਲੁਧਿਆਣਾ ਹੱਬ ਆ, ਸਾਈਕਲ ਦੀ ਹੱਬ ਆ, ਤੇ ਸਰਕਾਰ ਵੀਲਚੇਅਰ ਟ੍ਰਾਈਸਾਈਕਲ ਬਣਵਾ ਕੇ ਬੈਂਗਲੌਰ ਤੋਂ ਮੰਗਵਾ ਰਹੀ ਹੈ। ਮੈਨੂੰ ਸਮਝ ਨਹੀਂ ਆਉਂਦੀ, ਜਿਹੜੀ ਚੀਜ਼ ਉਰੇ ਵਧੀਆ ਮਿਲਦੀ ਆ, ਸਸਤੀ ਔਰ ਟਿਕਾਊ ਤੇ ਕਿਫਾਇਤੀ, ਇੱਥੋਂ ਕਿਉਂ ਨਹੀਂ ਲੈ ਰਹੇ? ਕਹਿਣਾ ਹੁੰਦਾ ਸੌਰੀ ਟੂ ਸੇ ਇਹ ਗੱਲ, ਪਰ ਜਿਹੜੇ ਫਿਜ਼ੀਕਲ ਫਿੱਟ ਨੇ ਉਹ ਤਾਂ ਖੋ ਕੇ ਵੀ ਖਾ ਲੈਣਗੇ, ਤੇ ਹੈਂਡੀਕੈਪਟ ਬੰਦਾ ਤਾਂ ਖੋ ਕੇ ਵੀ ਨਹੀਂ ਖਾ ਸਕਦਾ। ਮੈਂ ਆਪਣੇ ਆਪ ਨੂੰ ਗੁਨਾਹਗਾਰ ਕਿਉਂ ਫੀਲ ਕਰ ਰਿਹਾ ਕਿ ਮੈਂ ਅੰਗਹੀਣਾਂ ਖਾਤਰ, ਆਪਣੇ ਭਰਾਵਾਂ ਖਾਤਰ, ਭੈਣ ਭਰਾਵਾਂ ਖਾਤਰ ਕੁਝ ਕਰ ਨਹੀਂ ਸਕਿਆ। ਇਹ ਜਿਹੀਆਂ ਚੇਅਰਮੈਨੀਆਂ ਤੋਂ ਕੀ ਲੈਣਾ? ਇੱਕ ਕਾਮਨ ਸੈਂਸ ਵਾਲੀ ਗੱਲ ਹੈ ਵੀ ਮੰਤਰੀ ਬਣਾਏ ਕਾਹਦੇ ਲਈ ਨੇ, ਜੇ ਇਹਨਾਂ ਨੇ ਕੰਮ ਤਾਂ ਪਤਾ ਨਹੀਂ ਕਿਹੜਾ ਕਰੀ ਜਾਂਦੇ ਨੇ, ਕਿਹਦਾ ਕੰਮ ਕਰੀ ਜਾਂਦੇ, ਬੰਨੀਆਂ ਡਾਨੀਆਂ ਦਾ ਕਰਦੇ ਫਿਰੀ ਜਾਂਦੇ, ਵੱਡੇ ਵੱਡੇ ਮੈਰਿਜ ਪੈਲਸ ਵਾਲਿਆਂ ਨੂੰ, ਵੱਡੇ ਵੱਡੇ ਹੋਟਲ ਵਾਲਿਆਂ ਨੂੰ। ਇਹ ਇੰਟਰਵਿਊ ਸੁਣ ਕੇ ਸਰਕਾਰਾਂ ਦੇ ਕੰਨ ਖੁੱਲ੍ਹ ਜਾਣ। 6,54,000 ਤੋਂ ਉੱਤੇ ਜਿਹੜੇ ਵੋਟਰ ਨੇ ਅੰਗਹੀਣ ਨੇ, ਉਹਨਾਂ ਦੀ ਵੋਟ ਅੱਧੀ ਨਹੀਂ, ਵੋਟ ਪੂਰੀ ਆ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਗੱਲ ਕੀਤੀ ਜਾਊਗੀ ਅੰਗਹੀਣਾਂ ਦੀ। ਅੰਗਹੀਣ ਜਿਹੜੇ ਨੇ ਉਹ ਲਗਾਤਾਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਵਾਸਤੇ ਫੰਡ ਵੀ ਦਿੰਦੀਆਂ ਨੇ। ਸੈਂਟਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਫੰਡ ਜਿਹੜੇ ਨੇ ਪਾਸ ਕਰਦੀਆਂ ਨੇ। ਗੱਲ ਹੋਊਗੀ ਤਾਂ ਕਿੰਨੇ % ਆਬਾਦੀ ਹੈ ਉਹਨਾਂ ਦੀ, ਆਬਾਦੀ 'ਤੇ ਅਸੀਂ ਬਾਅਦ ਵਿੱਚ ਜਾਵਾਂਗੇ, ਲੇਕਿਨ ਆਖਿਰ ਉਹਨਾਂ ਨੂੰ ਨਿੱਜੀ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਕਿ ਨਹੀਂ ਦਿੱਤੀਆਂ ਜਾਂਦੀਆਂ ਨੇ, ਇਹ ਸਭ ਤੋਂ ਵੱਡਾ ਵਿਸ਼ੇ ਹੈ। ਕਿਉਂਕਿ ਗੱਲ ਕੀਤੀ ਜਾਊਗੀ 3% ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਅਪੰਗਹੀਣ ਜਿਹੜੇ ਹੋਣਗੇ, ਅਤੇ ਲੇਕਿਨ ਉਹਨਾਂ ਨੂੰ ਨਿੱਜੀ ਸਹਾਇਤਾ ਕਿੰਨੀ ਮਿਲਦੀ ਹੈ, ਜਾਂ ਇਸ ਕੋਵਿਡ ਦੇ ਦਰਮਿਆਨ ਉਹਨਾਂ ਨੂੰ ਕਿੰਨੀ ਕੁ ਸਹਾਇਤਾ ਜਿਹੜੀ ਹੈ ਮਿਲੀ ਹੈ, ਅਤੇ ਉਹਨਾਂ ਨੂੰ ਕਿੰਨੀ ਕੁ ਰਾਹਤ ਜਿਹੜੀ ਹੈ ਦਿੱਤੀ ਗਈ ਹੋਊਗੀ। ਸਾਡੇ ਨਾਲ ਕੌਰ ਸਿੰਘ ਮੌਜੂਦ ਹੈਗੇ ਨੇ, ਕਾਂਗਰਸ ਪਾਰਟੀ ਦੇ ਵਿੱਚ ਖੁਦ ਜਿਹੜੇ ਨੇ ਚੇਅਰਮੈਨ ਹੈਗੇ ਨੇ। ਅੰਗਹੀਣ ਜਿਹੜੇ ਹੈਗੇ ਨੇ ਉਹਨਾਂ ਦਾ ਦੇਖਭਾਲ ਜਿਹੜੀ ਆ ਕਰਦੇ ਨੇ, ਲਗਾਤਾਰ ਮੁੱਦਿਆਂ ਦੇ ਉੱਤੇ ਆਵਾਜ਼ ਵੀ ਚੱਕਦੇ ਨੇ। ਕੌਰ ਸਿੰਘ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਅਤੇ ਮੈਂ ਜੋ ਸਾਡੇ ਅੰਗਹੀਣ ਲੋਕਾਂ ਲਈ ਆਵਾਜ਼ ਚੱਕਦੇ ਹੋ, ਹਮੇਸ਼ਾ ਪਹਿਲਾਂ ਤੋਂ ਮੈਂ ਤੁਹਾਡੇ ਹਰੇਕ ਇੰਟਰਵਿਊ ਜਿਹੜਾ ਤੁਸੀਂ ਅੱਗੇ ਹੋ ਕੇ ਦਿੰਦੇ ਹੋ ਉਹਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ। ਅੱਜ ਵੀ ਸਾਡਾ ਜਿਹੜਾ ਤੁਸੀਂ ਅੰਗਹੀਣਾਂ ਦਾ ਮੁੱਦਾ ਚੱਕਿਆ, ਚੋਣਾਂ ਆਉਣ ਵਾਲੀਆਂ ਨੇ, ਕਿਸੇ ਵੀ ਸਿਆਸੀ ਪਾਰਟੀ ਵੱਲੋਂ ਅੰਗਹੀਣਾਂ ਲਈ ਸਪੈਸ਼ਲ ਕੁਝ ਨਹੀਂ ਕਰਿਆ ਗਿਆ, ਅਤੇ ਹੋ ਸਕਦਾ ਇਹ ਇੰਟਰਵਿਊ ਸੁਣ ਕੇ ਸਰਕਾਰਾਂ ਦੇ ਕੰਨ ਖੁੱਲ੍ਹ ਜਾਣ। 6,54,000 ਤੋਂ ਉੱਤੇ ਜਿਹੜੇ ਵੋਟਰ ਨੇ ਅੰਗਹੀਣ ਨੇ, ਉਹਨਾਂ ਦੀ ਵੋਟ ਅੱਧੀ ਨਹੀਂ, ਵੋਟ ਪੂਰੀ ਆ। ਸੋ ਇਹਨਾਂ ਦੀ ਵੋਟ ਦੀ ਵੈਲਿਊ ਪੈਣੀ ਚਾਹੀਦੀ ਆ। ਵੋਟ ਦੀ ਵੈਲਿਊ, ਚਲੋ ਵੋਟ ਸਾਡਾ ਅਧਿਕਾਰ ਹੈ, ਪਾਉਣਾ ਜਿਹਨੂੰ ਨਹੀਂ, ਜਿਹੜੀ ਪਾਰਟੀ ਨੂੰ ਪਾਉਣਾ ਨਹੀਂ ਉਹ ਸਾਡਾ ਅਧਿਕਾਰ ਹੈ, ਜਿਹਨੂੰ ਮਰਜ਼ੀ ਪਾਈਏ। ਲੇਕਿਨ ਅਸੀਂ ਵੋਟ ਆ ਸੋਚ ਕੇ ਪਾਉਂਦੇ ਹਾਂ ਕਿ ਸਾਨੂੰ ਦਿੱਤਾ ਕੀ ਜਾਊਗਾ, ਸਾਡੀ ਅੱਗੇ ਕੇਅਰ ਕੀ ਹੋ ਸਕਦੀ ਹੈ। ਸਰਕਾਰਾਂ ਨੂੰ ਫੰਡ ਜਿਹੜਾ ਆਉਂਦਾ ਵਾ, ਉਹ ਫੰਡ ਜਿਹੜਾ ਸਰਕਾਰਾਂ ਕੋਟਾ ਜਿਹੜਾ ਆਉਂਦਾ ਹੈ, ਕੋਟੇ ਹਿਸਾਬ ਨਾਲ ਫੰਡ ਆਉਂਦਾ, ਉਹ ਦਿੰਦੀਆਂ ਕਿ ਨਹੀਂ ਦਿੰਦੀਆਂ ਨੇ, ਸਾਨੂੰ ਵੱਡਾ ਮੁੱਦਾ ਆਇਆ ਵਾ। ਇਹ ਕਾਗਜ਼ਾਂ 'ਚ ਹੀ ਦੇ ਜਾਂਦੀਆਂ ਨੇ ਜੀ ਸਰਕਾਰਾਂ। ਕਾਗਜ਼ ਤੁਸੀਂ ਲੱਭ ਸਕਦੇ ਹੋ, ਕਿਹੜੇ ਕਾਗਜ਼ਾਂ 'ਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜੀ ਬਹੁਤ ਜ਼ਿਆਦਾ। ਗਰਾਊਂਡ ਲੈਵਲ 'ਤੇ ਜਦੋਂ ਗੱਲ ਆਉਂਦੀ ਆ ਕਿ ਅੰਗਹੀਣਾਂ ਦੀ ਮਦਦ ਲਈ ਇੰਨੇ ਲੱਖਾਂ ਇੰਨੇ ਕਰੋੜਾਂ ਰੁਪਈਆ ਆ ਗਿਆ, ਪੈਨਸ਼ਨ ਵਧਾ ਦਿੱਤੀ ਗਈ ਆ,
ਇਹਨਾਂ ਨੂੰ ਪਾਣੀ ਬਿਜਲੀ ਫ੍ਰੀ ਜੇ ਉਹ ਸਾਰਾ ਕੁਝ ਗੱਲਾਂ ਇਹ ਨਾ ਕਾਗਜ਼ ਸਾਰੇ ਦਿਖਦੇ ਆ ਵੋਟਾਂ ਦੇ ਨੇੜੇ, ਵੋਟਾਂ ਪੈਣ ਤੋਂ ਪਹਿਲਾਂ ਜਦੋਂ ਵੋਟਾਂ ਪੈਂਦੀਆਂ ਕੋਰਟ 'ਚ ਇੱਕ ਸਵਾਲ ਹੈ, ਮੈਨੂੰ ਮਾਫ ਕਰਿਓ, ਜੋ ਵੋਟਾਂ ਦੇ ਨੇੜੇ ਤੁਹਾਨੂੰ ਕਾਗਜ਼ ਦਿਖਦੇ ਆ ਨਾ, ਤੁਸੀਂ ਮੰਨ ਰਹੇ ਹੋ? ਹਾਂਜੀ ਵੋਟਾਂ ਤੋਂ ਪਹਿਲਾਂ ਦਿਖਦੇ ਆ, ਬਹੁਤ ਸਾਫ਼ ਦਿਖਦੇ ਆ ਜੀ। ਹਾਂਜੀ ਤੁਸੀਂ ਉਹ ਫਿਰ ਉਹਦੀ ਜ਼ੈਰੋਕਸ ਕਰਵਾ ਕੇ ਰੱਖ ਲਿਆ ਕਰੋ ਨਾ, ਫਿਰ ਜਦੋਂ ਵੋਟ ਪਾਉਣ ਜਾਊਗਾ ਜਿਹੜਾ ਪੰਗਹੀਨ ਵਿਚਾਰਾ ਵੋਟ ਪਾਊਗਾ ਪਹਿਲੇ ਸਾਨੂੰ ਜਾ ਕੇ ਕਾਗਜ਼ ਦਿਖਾ ਦੇਵੇ। ਉਹੀ ਤਾਂ ਜੀ ਮੈਂ ਇਸ ਮੁੱਦਿਆਂ ਨੂੰ ਚੱਕਣ ਤੇ ਗੱਲ ਕਰ ਰਿਹਾ। ਵੋਟਾਂ ਤੋਂ ਪਹਿਲਾਂ 2017 ਦੀਆਂ ਵੋਟਾਂ ਤੋਂ ਪਹਿਲਾਂ ਮੈਨੂੰ ਸਭ ਕੁਝ ਸਾਫ਼ ਦਿਖ ਰਿਹਾ ਸੀ, ਪਰ ਜਦੋਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਸਰਕਾਰ ਬਣ ਗਈ, ਉਹ ਧੁੰਦਲਾ ਵੀ ਨਹੀਂ ਦਿਖਿਆ। ਲੇਕਿਨ ਤੁਸੀਂ ਚੇਅਰਮੈਨ ਹੀ ਸੰਭਾਲੀ ਹੈ ਆਪਣੀ ਸਰਕਾਰ ਦੇ ਵਿੱਚ ਹੀ, ਕਾਂਗਰਸ ਸਰਕਾਰ ਦੇ ਵਿੱਚ ਹੀ, ਬਤੌਰ ਤੁਸੀਂ ਅੰਗਹੀਨ ਜਿਹੜੇ ਨੇ ਉਹਨਾਂ ਦੇ ਚੇਅਰਮੈਨ ਹੋ ਪੰਜਾਬ ਦੇ, ਲੇਕਿਨ ਉੱਦਾਂ ਸੰਭਾਲ ਰਹੇ ਹੋ ਤੁਸੀਂ ਵੀ, ਲੇਕਿਨ ਇੱਕ ਜ਼ੈਰੋਕਸ ਕਰਕੇ ਆਪਣੇ ਸਾਥੀਆਂ ਨੂੰ ਦਿੱਤੀ ਨਹੀਂ ਗਈ। ਇਹ ਤਾਂ ਬੜੀ ਕਮਾਲ ਦੀ ਗੱਲ ਹੈ। ਉਹਦੇ ਦਾ ਲਾਭ ਲੈ ਲਿਆ ਤੇ ਹੁਣ ਜਦੋਂ ਸਰਕਾਰ ਜਿਹੜੀ ਵੋਟਾਂ ਪੈਣ ਲੱਗੀਆਂ ਤਾਂ ਹੁਣ ਕੌਰ ਸਿੰਘ ਜਾਗ ਗਿਆ। ਨਹੀਂ ਜੀ, ਇਹ ਮੈਂ ਜਿਹੜਾ ਤੁਸੀਂ ਸ਼ਾਇਦ ਹੋਰ ਢੰਗ ਨਾਲ ਲੈ ਕੇ ਗੱਲ, ਜ਼ੈਰੋਕਸ ਕਰਨ ਦੀ ਮਤਲਬ ਵੀ ਜਿਹੜੇ ਮੁੱਦੇ ਨੇ ਨਾ ਉਦੋਂ ਦਿਖ ਰਹੇ ਹੁੰਦੇ ਆ ਬੜੇ ਸਾਫ਼ ਵੀ ਹਾਂ ਤੁਹਾਨੂੰ ਇਹ ਹੈਲਪ ਕੀਤੀ ਜਾਊਗੀ, ਇਹ ਬੜੀਆਂ ਗੱਲਾਂ ਮਿੱਠੀਆਂ। ਮੇਰੇ ਕਹਿਣ ਦਾ ਮਤਲਬ ਵੀ ਉਲਟਾ ਲੱਗੇ ਨਾ, ਤੁਹਾਨੂੰ ਜਦੋਂ ਮੁੱਦੇ ਦੇਖ ਰਹੇ ਸੀ ਤੁਸੀਂ ਲਿਖ ਕੇ ਜ਼ੈਰੋਕਸ ਕਰਵਾ ਕੇ ਦਿੰਦੇ। ਹਾਂਜੀ ਸਾਰਾ ਕੁਝ ਲਿਖ ਕੇ ਮੇਰੇ ਕੋਲ ਬਕਾਇਦਾ ਪ੍ਰੂਫ ਪਏ ਨੇ, ਜਿਹੜੇ ਇਹਨਾਂ ਨੂੰ ਚਿੱਠੀਆਂ ਦਿੱਤੀਆਂ ਨੇ ਕਿ ਜੀ ਸਾਡੀ ਸਰਕਾਰ ਜੋ ਅਸੈਸ਼ਨ ਇੰਨੇ ਨਿਕਲ ਗਏ ਕਿ ਬਿਜਲੀ ਪਾਣੀ ਦਾ ਮੁੱਦਾ ਕੇਜਰੀਵਾਲ ਸਾਹਿਬ ਤਾਂ ਅੱਜ ਕਰ ਰਹੇ ਨੇ, ਮੈਂ ਤਾਂ 2017-16 ਤੋਂ ਗੱਲ ਕਰਦਾ ਆ ਰਿਹਾ ਕਿ ਬਿਜਲੀ ਪਾਣੀ ਅੰਗਹੀਣਾਂ ਨੂੰ ਫ੍ਰੀ ਦੇ ਦਿਓ। ਲੋੜਵੰਦ ਅੰਗਹੀਣ ਨੇ ਅਸਲੀ, ਜਿਹੜਾ ਬੰਦਾ ਐਫਰਟ ਨਹੀਂ ਕਰ ਸਕਦਾ, ਜਿਹੜਾ ਬੰਦਾ ਐਫਰਟ ਕਰ ਸਕਦਾ, ਡਿਊਟੀ ਕਰ ਸਕਦਾ, ਜੌਬ ਕਰ ਸਕਦਾ, ਉਹ ਲੋੜਵੰਦ ਨਹੀਂ ਮੇਰੀ ਨਿਗਾਹ ਦੇ ਵਿੱਚ। ਜਿਹੜੀ ਗੱਲ ਹੈਗੀ ਸਰਕਾਰਾਂ ਤੋਂ ਮਦਦ ਮਿਲਣ ਦੀ, ਸਰਕਾਰਾਂ ਤੋਂ ਮਦਦ ਤੁਹਾਨੂੰ ਪਤਾ ਹੀ ਆ ਕਿ ਸੈਂਟਰ ਤੋਂ ਕੁਝ ਆਉਂਦਾ, ਪੰਜਾਬ ਸਰਕਾਰ ਕੋਲ ਕੁਝ ਰਹਿ ਜਾਂਦਾ, ਗਰਾਊਂਡ ਲੈਵਲ ਤੇ ਕੁਝ ਪਹੁੰਚਦਾ ਆ। ਪੈਸਾ ਸੈਂਟਰ ਤਾਂ ਆਪਣੇ ਵੱਲੋਂ ਇੱਕ ਫੰਡ ਭੇਜ ਦਿੰਦੀ ਹੈ ਸਟੇਟ ਗੌਰਮੈਂਟ ਨੂੰ, ਸਟੇਟ ਗੌਰਮੈਂਟ ਅੱਗੇ ਫਿਰ ਆਪਣੇ ਅਲੱਗ-ਅਲੱਗ ਡਿਪਾਰਟਮੈਂਟ ਨੂੰ ਭੇਜਦੀ ਹੈ, ਫਿਰ ਉਹ ਫੰਡ ਜਾਂਦਾ ਕਿੱਥੇ ਤੇ ਕਿੱਦਾਂ ਦਾ ਗਵਰਨ ਹੁੰਦਾ, ਇਹ ਤੁਸੀਂ ਤਾਂ ਤਹਿਕੀਕਾਤ ਕੀਤੀ ਹੋਣੀ ਹੈ। ਮੈਂ ਬਹੁਤ 3-4 ਸਾਲਾਂ ਤੋਂ ਇਹੀ ਕੁਝ ਕਰ ਰਿਹਾ। ਕੁਝ ਕੋਵਿਡ ਕਰਕੇ ਥੋੜ੍ਹਾ ਜਿਹਾ ਦਬ ਗਏ ਸੀਗੇ, ਕਿਉਂਕਿ ਸਾਨੂੰ ਔਨ ਮੂਵੀਬਿਲਟੀ ਤੇ ਹੈਂਡੀਕੈਪਡ ਤੁਹਾਨੂੰ ਪਤਾ ਫਰਕ ਪੈਂਦਾ ਨਾ, ਕਿਉਂਕਿ ਇਹ ਜਦੋਂ ਮੈਂ ਸਾਰਾ ਪਤਾ ਕੀਤਾ ਜਿਹੜੇ ਫੰਡ ਆਉਂਦੇ ਨੇ ਅੰਗਹੀਣਾਂ ਲਈ, ਕੋਈ ਫੰਡ ਆ ਗਿਆ ਸਪੈਸ਼ਲ, ਜਿਵੇਂ ਐਮਪੀ ਲੈਂਡ ਦੇ ਵਿੱਚ ਹੀ ਆ ਗਿਆ ਕੋਈ ਫੰਡ, ਤੇ ਉਹਨੂੰ ਨਾ ਯੂਟਿਲਾਈਜ਼ ਕਿਤੇ ਹੋਰ ਕਰ ਦਿੱਤਾ ਜਾਂਦਾ। ਇਹ ਕਿਉਂਕਿ ਕੋਈ ਕਮੇਟੀਆਂ ਨਹੀਂ ਬਣੀਆਂ ਹੋਈਆਂ, ਕੁਝ ਸਪੈਸ਼ਲ ਡੀਸੀ ਕੋਲ ਕੁਝ ਇਹ ਹੈ ਨਹੀਂ ਵੀ ਇਨਕੁਆਇਰੀ ਰੱਖਦਾ ਵੀ ਹਾਂ ਇਹ ਫੰਡ ਇੱਥੋਂ ਅੰਗਹੀਣਾਂ ਲਈ ਆਇਆ, ਕਿੱਥੇ ਵਰਤਿਆ ਗਿਆ। ਲੇਕਿਨ ਫਿਰ ਬਾਹਰਲੇ ਮੁਲਕ ਤਾਂ ਸਭ ਨੂੰ ਵਧੀਆ ਰਹਿ ਗਏ ਨਾ, ਕਿ ਬਾਹਰਲੇ ਮੁਲਕਾਂ ਦੇ ਵਿੱਚ ਹਰ ਇੱਕ ਕੈਟਾਗਰੀ ਦੇ ਹਿਸਾਬ ਦੇ ਨਾਲ ਫੰਡ ਜਿਹੜੇ ਮਿਲਦੇ ਨੇ, ਤੇ ਪੰਜਾਬ ਦੇ ਵਿੱਚ ਵੀ ਗੱਲ ਕੀਤੀ ਹੈ ਹਿੰਦੁਸਤਾਨ ਦੀ ਭਾਰਤ ਦੀ ਮੈਂ ਗੱਲ ਕਰ ਲਵਾਂ, ਅਲੱਗ ਕੈਟਾਗਰੀ ਦੇ ਲੋਕਾਂ ਨੂੰ ਫੰਡ ਜ਼ਰੂਰ ਮਿਲਦਾ, ਲੇਕਿਨ ਉਹਨਾਂ ਤੱਕ ਪਹੁੰਚਦਾ ਨਹੀਂਗਾ। ਆਖਿਰ ਦੇ ਪਿੱਛੇ ਕਸੂਰਵਾਰ ਕੌਣ ਹੈ? ਸਵਾਲ ਵੱਡਾ, ਆਖਿਰ ਕੌਣ? ਇਹੀ ਤਾਂ ਜੀ ਮੈਂ ਲੱਭੀ ਜਾਂਦਾ ਹਜੇ, ਕਸੂਰਵਾਰ ਕੌਣ ਆ? ਕਿਉਂਕਿ ਨੇਤਾ ਕੋਲ ਚਲੇ ਜਾਓ, ਉਹ ਕਹਿੰਦੇ ਜੀ ਐਡਮਿਨਿਸਟ੍ਰੇਸ਼ਨ ਕੋਲ ਗੱਲ ਕਰੋ, ਜਿਵੇਂ ਕੋਈ ਵੀ ਕਿਸੇ ਕੋਲ ਗੱਲ ਕਰ ਲਓ ਆਪਾਂ ਕਿ ਜੀ ਸਰ ਇਹ ਹੈਂਡੀਕੈਪਟ ਹੈ ਜੀ, ਇਹਨੂੰ ਅੱਜ ਟਰਾਈਸਾਈਕਲ ਦੀ ਜਾਂ ਵੀਲ ਚੇਅਰ ਦੀ ਲੋੜ ਆ, ਉਹਨੂੰ ਕਹਿ ਦਿੱਤਾ ਜਾਊਗਾ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਲਿਖ ਕੇ ਦੇ ਦਿਓ। ਡੀਸੀ ਕੋਲੇ ਹਜ਼ਾਰਾਂ ਐਪਲੀਕੇਸ਼ਨਾਂ ਪਈਆਂ ਹੁੰਦੀਆਂ ਨੇ, ਐਪਲੀਕੇਸ਼ਨ ਦਿੱਤੀ ਤੇ ਮੈਂ ਅੱਜ ਤੱਕ ਸੈਂਕੜੇ ਐਪਲੀਕੇਸ਼ਨ ਆਪਦੇ ਹੱਥ ਨਾਲ ਦਬਾਤੀਆਂ ਹੋਣਗੀਆਂ, ਕਹਿੰਦਾ ਹੁਣ ਜਾ ਕੇ ਦਿਓ। ਉਹ ਜਿਹੜੀ ਡੀਸੀ ਸਾਹਿਬ ਕੋਲ ਐਪਲੀਕੇਸ਼ਨ ਚਲੀ ਗਈ ਉਹਨੂੰ ਕਦੇ ਵੀ ਮੈਂ ਅੱਜ ਤੱਕ ਨਹੀਂ ਦੇਖਿਆ। ਮੈਂ ਅੰਗਹੀਣਾਂ ਦੀ ਗੱਲ ਕਰਦਾ, ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰੂੰਗਾ। ਅੰਗਹੀਣ ਦੀ ਕਿਸੇ ਦੀ ਐਪਲੀਕੇਸ਼ਨ ਕਿ ਸਿੱਧੀ ਤੌਰ ਤੇ ਉਹ ਐਕਸੈਪਟ ਹੋ ਕੇ ਉਹਨੂੰ ਚੀਜ਼ ਦੀ ਲੋੜ ਆ ਉਹਨੂੰ ਦੇ ਦਿੱਤੀ ਜਾਵੇ। ਮੈਨੂੰ ਨਹੀਂ ਪਤਾ ਇਹ ਫੰਡ ਕਿੱਥੇ ਜਾਂਦੇ ਆ। ਰੈੱਡ ਕਰਾਸ ਵਾਲੇ ਨੇ, ਮੈਂ ਲੁਧਿਆਣੇ ਜ਼ਿਲ੍ਹੇ ਦੇ ਰੈੱਡ ਕਰਾਸ ਵਾਲਿਆਂ ਨੂੰ ਕੋਵਿਡ ਦੇ ਵਿੱਚ ਇੰਨੇ ਕੁ ਜ਼ਿਆਦਾ ਫੋਨ ਕੀਤੇ, ਇੰਨੇ ਕੁ ਜ਼ਿਆਦਾ ਲੋਕ ਇਹਨਾਂ ਕੋਲ ਭੇਜੇ, ਇਹਨਾਂ ਦੀ ਪਤਾ ਕੀ ਜਵਾਬ ਹੁੰਦਾ, ਜਦੋਂ ਜੀ ਫੰਕਸ਼ਨ ਹੋਊਗਾ ਉਦੋਂ ਅਸੀਂ ਦੇਵਾਂਗੇ, ਜੇ ਫੰਕਸ਼ਨ ਨਾ ਹੋ ਤੁਹਾਡਾ ਤਾਂ ਹੁਣ 15 ਅਗਸਤ 26 ਜਨਵਰੀ ਦਾ ਫੰਕਸ਼ਨ ਪਿਛਲੇ 2-3 ਸਾਲ ਤੋਂ ਨਹੀਂ ਹੋ ਰਿਹਾ ਕੋਵਿਡ ਕਰਕੇ, ਤੇ ਇਹਦਾ ਮਤਲਬ ਅੰਗਹੀਣ ਦੀ ਲੋੜ ਹੀ ਨਹੀਂ, ਉਹਦੀ ਮਤਲਬ ਉਹਨੂੰ ਵੀਲਚੇਅਰ ਮਿਲ ਗਈ। ਲੇਕਿਨ ਕੌਰ ਸਿੰਘ ਸ਼ੋਧ ਕੀਤਾ ਜਾਂਦਾ 2016 ਦੇ ਵਿੱਚ, ਲੇਕਿਨ ਉਹਨੂੰ ਅਸਲੀ ਰੂਪ ਨਹੀਂ ਦਿੱਤਾ ਜਾਂਦਾ, ਵਜ੍ਹਾ ਕੀ ਰਹਿ ਜਾਂਦੀ ਹੈ? ਦੇਖੋ ਜੀ 1995 ਚ ਐਕਟ ਬਣਿਆ ਸੀਗਾ, ਇਹ ਉਦੋਂ ਵੀ ਕਾਂਗਰਸ ਸਰਕਾਰ ਨੇ ਬਣਾਇਆ ਸੀਗਾ, ਬਿਆਨ ਸਿੰਘ ਸਰਕਾਰ ਸੀ ਉਦੋਂ, ਤੇ ਅੰਗਹੀਣਾਂ ਦੇ ਲਈ ਉਦੋਂ ਬਾਅਦ 2 ਅਮੈਂਡਮੈਂਟਸ ਹੁੰਦੀਆਂ ਨੇ। 2016 ਹੁਣ ਲਾਸਟ ਅਮੈਂਡਮੈਂਟ ਹੋਈ ਪਰ ਇੰਪਲੀਮੈਂਟ ਨਹੀਂ ਹੋਇਆ। ਇਹਦੇ ਲਈ ਅਸੀਂ ਜੰਤਰ ਮੰਤਰ ਤੇ ਧਰਨਾ ਵੀ ਦੇ ਕੇ ਹਟੇ ਹਾਂ। ਹੁਣ ਕਿਸਾਨ ਸੰਘਰਸ਼ ਦੇ ਦੌਰਾਨ ਜੰਤਰ ਮੰਤਰ ਤੇ ਮੇਰੇ ਸਾਥੀਆਂ ਨੇ ਧਰਨਾ ਦਿੱਤਾ, ਮੈਨੂੰ ਕਿਸੇ ਨਿੱਜੀ ਮੇਰੇ ਮਾਤਾ ਜੀ ਬਿਮਾਰ ਸੀ, ਉਹਨਾਂ ਦਾ ਹਾਰਟ ਦਾ ਪੇਸ਼ੈਂਟ ਸੀ, ਉਸ ਦੇ ਲਈ ਮੈਂ ਨਹੀਂ ਜਾ ਸਕਿਆ, ਪਰ ਉੱਥੇ ਵੀ ਸਾਡੀ ਕੋਈ ਬਾਹਲੀ ਸੁਣਵਾਈ ਹੋਈ ਨਹੀਂ ਗਈ, ਕਿਉਂਕਿ ਮੈਨੂੰ ਇਹ ਨਹੀਂ ਸਮਝ ਆਉਂਦੀ, ਸਾਨੂੰ ਸਮਾਜ ਦਾ ਅੰਗ ਸਮਝਿਆ ਹੀ ਨਹੀਂ ਜਾਂਦਾ। ਕਿਉਂ ਨਹੀਂ ਸਮਝਿਆ ਜਾਂਦਾ? ਸਾਡੀ ਵੋਟ ਨਹੀਂ ਪੂਰੀ, ਸਾਡੇ ਮਾਂ-ਬਾਪ ਨਹੀਂ, ਸਾਡੇ ਭੈਣ ਭਾਈ ਨਹੀਂ, ਸਾਡਾ ਵੀ ਪਰਿਵਾਰ ਆ, ਅਸੀਂ ਸਾਡਾ ਵੀ ਦਿਲ ਆ, ਸਾਡਾ ਵੀ ਦਿਮਾਗ ਆ। ਕਿਤੇ ਤੁਹਾਨੂੰ ਉਹ ਤਾਂ ਨਹੀਂ ਲੱਗਦਾ ਕਿ ਸਰਕਾਰ ਤੁਹਾਨੂੰ ਅਪਣਾਉਣਾ ਨਹੀਂ ਚਾਹੁੰਦੀ, ਇਸ ਕਰਕੇ ਇਹਨਾਂ ਨੂੰ ਕੈਟਾਗਰੀ 'ਚ ਕਿਸੇ ਲੈਣਾ ਨਹੀਂ ਚਾਹੁੰਦੇ ਹੋਣਗੇ? ਇਸ ਮੁੱਦੇ ਤੇ ਤਾਂ ਮੈਂ ਪਹਿਲਾਂ ਹੀ ਗੱਲ ਕਰਦਾ ਰਿਹਾ ਕਿ ਇਹ ਜਿਹੜਾ ਵਰਲਡ ਆ ਗਲੈਮਰ ਦਾ ਆ, ਕਿਸੇ ਪ੍ਰਾਈਵੇਟ ਕੰਪਨੀ 'ਚ ਕਿਸੇ ਅੰਗਹੀਣ ਨੂੰ ਕਿਉਂ ਨਹੀਂ ਜੋਬ ਮਿਲਦੀ? ਉਹਨਾਂ ਦੀ ਗਲੈਮਰ ਖਤਮ ਹੋ ਜੂਗੀ ਹੈ। ਤੇ ਸਰਕਾਰਾਂ ਵੀ ਜੇ ਤੁਸੀਂ ਆਪਾਂ ਕਿਸੇ ਮੰਤਰੀ ਜਾਂ ਸੰਤਰੀ ਨੂੰ, ਤੁਸੀਂ ਤਾਂ ਪੱਤਰਕਾਰ ਹੋ, ਤੁਹਾਨੂੰ ਤਾਂ ਰੋਜ਼ ਬਾਈਟ ਲੈਣ ਲਈ ਕਿਸੇ ਨੇਤਾ ਜਾਂ ਅਭਿਨੇਤਾ ਦੀ ਜਾਣ ਨੂੰ ਤੁਹਾਨੂੰ ਕਿੰਨੀ ਕੁ ਜਹਿਦ ਕਰਨੀ ਪੈਂਦੀ ਹੈ, ਤੁਹਾਨੂੰ ਪਤਾ ਹੀ ਆ। ਇਹ ਦੱਸਣ ਦੀ ਮੈਨੂੰ ਲੋੜ ਨਹੀਂ ਹੈਗੀ ਕਿ ਤੁਹਾਡੇ ਕਈ ਪੱਤਰਕਾਰ ਵੀਰਾਂ ਦੇ ਟਾਇਰ ਵੀ ਚੜ੍ਹ ਜਾਂਦੇ ਆ ਗੱਡੀਆਂ ਦੇ ਪੈਰ ਦੇ ਉੱਤੇ, ਤੇ ਤੁਹਾਡੇ ਰਿਸ਼ਟ ਪੁਸ਼ਟ ਹੋਣ ਦੇ ਬਾਵਜੂਦ ਤੁਸੀਂ ਦੌੜ ਵੀ ਲਗਾ ਸਕਦੇ ਹੋ। ਤੁਸੀਂ ਮੰਤਰੀ ਦੀ ਇੱਕ ਬਾਈਟ ਲੈਣ ਲਈ ਤੁਹਾਨੂੰ ਇੰਨੀ ਜਹਿਦ ਕਰਨੀ ਪੈਂਦੀ ਆ, ਤੇ ਇੱਕ ਅੰਗਹੀਣ ਬੰਦੇ ਨੂੰ ਜਿਹਨੇ ਬਾਈਟ ਤਾਂ ਦੂਰ ਦੀ ਗੱਲ ਆ, ਉਹਨੇ ਤਾਂ ਐਪਲੀਕੇਸ਼ਨ ਹੀ ਦੇਣੀ ਆ, ਉਹਨੇ ਤਾਂ ਇੱਕ ਮੰਗਣੀ ਆ ਵੀ ਮੈਨੂੰ ਆਹ ਚੀਜ਼ ਦੇ ਦਿਓ, ਉਹਨੂੰ ਮਿਲਣ ਨਹੀਂ ਦਿੱਤਾ ਜਾਂਦਾ।
ਉਹਨੂੰ ਜਮੀ ਨਹੀਂ ਨੇੜੇ ਲੱਗਣ ਦਿੰਦੇ ਜਿਹੜੇ ਗਨਮੈਨ ਹੁੰਦੇ ਨੇ ਕੋਲੇ, ਜਾਂ ਜਿਹੜੇ ਮੂਹਰਲੇ ਅਖੌਤੀ ਪ੍ਰਧਾਨ ਹੁੰਦੇ ਨੇ, ਉਹਨਾਂ ਨੂੰ ਹੁੰਦਾ ਵੀ ਇਹ ਮੰਗਣ ਆ ਗਿਆ। ਅੰਗਹੀਣ ਦੇਖਣ ਦਾ ਮਤਲਬ, ਜਦੋਂ ਅੰਗਹੀਣ ਦੇਖ ਲਿਆ ਨਾ ਇਹ ਮੰਗਣ ਆ ਰਿਹਾ, ਇਹਨੂੰ ਕੱਢੋ ਬਾਹਰ, ਕੱਢੋ। ਅਸਲ 'ਚ ਉੱਤੋਂ ਕਹਿਣਗੇ ਬਹੁਤ ਵਧੀਆ, ਅੰਦਰੋਂ ਕਿਆ ਹੁੰਦਾ ਕੂਣੀ ਮਾਰ ਕੇ ਵੀ ਇਹ ਨੇੜੇ ਨਾ ਲੱਗ ਜੇ, ਕਿਉਂਕਿ ਇਹਨੇ ਮੰਗਣੀ ਆਉਣਾ। ਲੇਕਿਨ ਉਹ ਮੰਗਣ ਜਾਂਦੇ ਨੇ, ਆਪਣਾ ਹੱਕ ਮੰਗਣ ਜਾਂਦੇ ਨੇ, ਜੋ ਸੈਂਟਰ ਦੀ ਸਰਕਾਰ ਤੋਂ ਮਿਲਦਾ ਹੈ, ਸੂਬੇ ਦੀ ਸਰਕਾਰ ਤੋਂ ਮਿਲਦਾ, ਉਹੀ ਲੈਣ ਜਾਂਦੇ ਨੇ। ਹੋਰ ਕੁਛ ਨਹੀਂ ਤੁਸੀਂ ਮੰਗਣ ਜਾਂਦੇ। ਮੁੱਢਲੀਆਂ ਲੋੜਾਂ ਦੇਣਾ ਸਰਕਾਰ ਦਾ ਹੱਕ ਹੈ ਜੀ। ਰੋਟੀ ਕੱਪੜਾ ਮਕਾਨ ਹੈ ਨਾ ਜੀ, ਇਹੀ ਸਰਕਾਰ ਬਣਾਉਂਦੇ ਵੀ ਇੱਕ ਤੁਹਾਡੇ ਜਿਹੜਾ ਪਰਜਾ, ਤੁਹਾਡੀ ਜਿਹੜਾ ਰਾਜਾ, ਕੋਈ ਉਹ ਆਪਦੀ ਪਰਜਾ ਨੂੰ ਰੋਟੀ ਕੱਪੜਾ ਤੇ ਮਕਾਨ ਨਹੀਂ ਦੇ ਸਕਦਾ, ਉਹਨੂੰ ਰਾਜਾ ਕਹਾਉਣ ਦਾ ਹੱਕ ਹੀ ਨਹੀਂ ਹੈ ਜੀ। ਤੇ ਇੱਕ ਅੰਗਹੀਣ ਬੰਦੇ ਨੂੰ ਕੋਈ ਉਹਦੇ ਕੋਲ ਰਿਹਾਇਸ਼ ਨਹੀਂ, ਕੋਈ ਖਾਣ ਨਹੀਂ, ਕੋਈ ਪਹਿਨਣ ਨਹੀਂ, ਤੁਸੀਂ ਗੱਫੇ ਦੇਈ ਜਾਂਦੇ ਹੋ, ਠੀਕ ਆ, ਰਿਜ਼ਰਵੇਸ਼ਨ ਦੇ ਰਹੇ ਹੋ, ਪਰ ਕਿੱਥੇ ਆ ਗਰਾਊਂਡ ਦੇ ਵਿੱਚ ਕਿੰਨੇ ਅੰਗਹੀਣਾਂ ਨੂੰ ਨੌਕਰੀ ਦਿੱਤੀ ਗਈ? ਲੇਕਿਨ ਇੱਕ ਸਵਾਲ ਤੁਹਾਨੂੰ ਵੱਡਾ ਖੜਾ ਹੁੰਦਾ ਵਾ ਕਿ ਫਲੈਟ ਲੁਧਿਆਣਾ ਸ਼ਹਿਰ 'ਚ ਬਹੁਤ ਬਣੇ ਨੇ, ਕਿੰਨੇ ਕੁ % ਫਲੈਟ ਜਿਹੜੇ ਨੇ ਅੰਗਹੀਣਾਂ ਨੂੰ ਮਿਲ ਚੁੱਕੇ ਹੋਏ ਨੇ ਇਸ ਸਮੇਂ ਦੀ ਗੱਲ ਕੀਤੀ ਜਾਵੇ? ਪਿਛਲੇ 4 ਸਾਲ ਦੇ ਵਿੱਚ ਜੀ, ਜਾਂ ਆਪਾਂ ਕੋਵਿਡ ਦੇ ਜਦੋਂ ਕੱਢ ਦਈਏ ਚਲੋ 2.5 ਸਾਲ, ਪਿਛਲੇ 2 ਸਾਲਾਂ ਦੇ ਵਿੱਚ ਹੀ ਮੈਂ ਸੈਂਕੜੇ ਵਾਰ ਮੇਅਰ ਸਾਹਿਬ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ, ਸੈਂਕੜੇ ਵਾਰ MP ਸਾਹਿਬ ਨੂੰ ਕਿਹਾ ਕਿ ਚੇਅਰਮੈਨ ਹੋਣ ਦੇ ਨਾਤੇ ਵੀ ਤੁਸੀਂ ਉੱਥੇ ਨਹੀਂ ਪਹੁੰਚ ਪਾਉਂਦੇ। ਪਹੁੰਚਣ ਤੋਂ ਭਾਵ ਇਹ ਹੈ ਵੀ ਜਦੋਂ ਤੁਸੀਂ ਉਹਨਾਂ ਕੋਲ ਕੁਝ ਲੈ ਕੇ ਜਾਂਦੇ ਹੋ ਨਾ, ਵੀ ਸਾਰੇ ਪ੍ਰਪੋਜ਼ਲ ਆ ਵੀ ਸਾਡੇ ਅੰਗਹੀਣਾਂ ਨੂੰ ਦੇਣਾ, ਇਹਨਾਂ ਦਾ ਇੱਕੋ ਹੀ ਰਟਾਇਆ ਜਵਾਬ ਹੁੰਦਾ DC ਸਾਹਿਬ ਨੂੰ ਦੇ ਦਿਓ, ਬਸ ਐਪਲੀਕੇਸ਼ਨ ਦੇ ਦਿਓ DC ਸਾਹਿਬ ਨੂੰ। ਕਮਾਂਡ ਨਹੀਂ ਕਰ ਸਕਦੇ। ਨਹੀਂ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ DC, ਫਿਰ ਤੁਹਾਡੀ ਕੀ ਲੋੜ ਹੈ MLA MPਆਂ ਦੀ? ਜੇ DC ਕੋਲ ਜਾਣਾ, DC ਤਾਂ ਐਡਮਿਨਿਸਟ੍ਰੇਸ਼ਨ ਚਲਾ ਹੀ ਰਿਹਾ, ਫਿਰ ਤੁਹਾਡੀ ਕਾਹਦੀ ਲੋੜ ਹੈ? ਮੈਨੂੰ ਇਹ ਦੱਸੋ, MLA MP ਨੂੰ ਕਾਹਦੇ ਲਈ ਬਣਾਇਆ ਗਿਆ? DC ਤਾਂ ਜਿਹੜਾ ਆਊਗਾ ਤਾਂ ਉਹਨੇ ਕੰਮ ਕਰ ਹੀ ਦੇਣਾ, ਫਿਰ ਤਾਂ ਤੁਹਾਡੇ ਕੋਲ ਆਈ ਹੋਈ ਨਾ, ਤੁਹਾਡੇ ਕੋਲ ਵੋਟਾਂ, ਤੂੰ ਸਾਡੇ ਕੋਲ ਵੋਟਾਂ ਮੰਗਣ ਆਓ, ਅਸੀਂ ਤੁਹਾਨੂੰ ਵੋਟ ਨਾ ਪਾਈਏ, ਤੁਸੀਂ ਮੰਤਰੀ ਨਾ ਬਣੋ, ਤੁਹਾਨੂੰ ਕਾਹਦੀ ਲੋੜ ਹੈ? ਜੇ ਐਡਮਿਨਿਸਟ੍ਰੇਸ਼ਨ ਹੈ ਜਿਹੜੀ DC ਜਾਂ ਕੋਈ ਅਫਸਰ ਜੇ ਸਰਕਾਰ ਦੇਸ਼ ਨੂੰ ਚਲਾ ਰਹੇ ਨੇ, ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਮੰਤਰੀਆਂ ਦੀ ਕੀ ਲੋੜ ਆ, ਕੀ ਕਰਦੇ ਨੇ ਇਹ ਗੱਡੀਆਂ ਭਜਾਈ ਜਾਂਦੇ, ਮਿਲਦੇ ਤਾਂ ਕਿਸੇ ਨੂੰ ਹੈ ਨਹੀਂ ਕਿ ਭਜਾ ਕੇ ਉੱਧਰ ਨੂੰ ਲੰਘੇ, ਭਜਾ ਕੇ ਉੱਧਰ ਨੂੰ ਲੰਘੇ, ਟਾਈਮ ਇਹਨਾਂ ਕੋਲ ਹੈ ਨਹੀਂ, ਪਰ ਮਿਲਦੇ ਫਿਰ ਵੀ ਕਿਸੇ ਨੂੰ ਨਹੀਂ। ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਗੱਲ। ਇੱਕ ਕਾਮਨ ਸੈਂਸ ਵਾਲੀ ਗੱਲ ਹੈ ਵੀ ਮੰਤਰੀ ਬਣਾਏ ਕਾਹਦੇ ਲਈ ਨੇ, ਜੇ ਇਹਨਾਂ ਨੇ ਕੰਮ ਤਾਂ ਪਤਾ ਨਹੀਂ ਕਿਹੜਾ ਕਰੀ ਜਾਂਦੇ ਨੇ, ਕਿਹਦਾ ਕੰਮ ਕਰੀ ਜਾਂਦੇ, ਬਾਨੀਆਂ ਡਾਨੀਆਂ ਦਾ ਕਰਦੇ ਫਿਰੀ ਜਾਂਦੇ, ਵੱਡੇ ਮੈਰਿਜ ਪੈਲਸ ਵਾਲਿਆਂ ਨੂੰ, ਵੱਡੇ ਹੋਟਲ ਵਾਲਿਆਂ ਨੂੰ ਮਿਲਦੇ ਫਿਰੀ ਜਾਂਦੇ। ਕਿ ਮੈਰਿਜ ਪੈਲੇਸ, ਤੁਸੀਂ ਗੱਲ ਕੀਤੀ ਮੈਰਿਜ ਪੈਲੇਸ, ਵੱਡੇ ਲੋਕਾਂ ਦਾ, ਰਸੂਖਦਾਰਾਂ ਦਾ ਕੰਮ ਕਰਦੇ ਨੇ, ਸਮਾਲ ਲੋਕ ਜਿਹੜੇ ਨੇ, ਮਿਡਲ ਕਲਾਸ ਲੋਕ ਨੇ, ਉਹਨਾਂ ਦੀ ਮਦਦ ਨਹੀਂ ਕਰਦੇ, ਫਿਰ ਉਹ ਮਿਡਲ ਕਲਾਸ ਹੁਣ ਕੀ ਕਰ ਸਕਦਾ ਹੈ? ਗੱਲ ਇਹ ਹੈ ਜੀ, ਵੋਟਾਂ ਤਾਂ ਮਿਡਲ ਕਲਾਸ ਵਾਲੇ ਨਹੀਂ ਪਾਉਣੀਆਂ ਨੇ, ਉਹਨਾਂ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ, ਉਹ ਤਾਂ ਛੁੱਟੀ ਇੰਜੋਏ ਕਰਦੇ ਨੇ। ਜਿਹੜੇ ਬਿਜ਼ਨਸਮੈਨ ਨੇ ਨਾ ਵੱਡੇ, ਜਾਂ ਵੱਡੇ ਸਰਮਾਏਦਾਰ ਨੇ, ਉਹ ਵੋਟਾਂ ਵਾਲੀ ਛੁੱਟੀ ਨੂੰ ਇੰਜੋਏ ਕਰਦੇ ਆ। ਪ੍ਰੈਕਟੀਕਲ ਗੱਲ ਆ, ਇਹ ਪ੍ਰੈਕਟੀਕਲ ਗੱਲ ਆ। ਵੋਟਾਂ ਪਾਉਣ ਤਾਂ ਦਰਮਿਆਨੇ ਮੀਡੀਅਮ ਫੈਮਿਲੀ ਦੇ ਲੋਕ ਜਾਂ ਗਰੀਬ ਲੋਕ ਮੇਰੇ ਵਰਗੇ ਜਾਂਦੇ ਨੇ ਵੋਟਾਂ ਪਾਉਣ। ਸਾਨੂੰ ਉੱਥੇ ਵੀਲ ਚੇਅਰਾਂ ਦੀ ਘਪਲਾ ਲਾ ਲਓ, ਮੈਂ ਵੋਟਾਂ ਦੇ ਦੌਰਾਨ ਗੱਲ ਜੁੜ ਗਈ, ਸੈਂਟਰ ਸਰਕਾਰ ਨੇ ਵੱਡਾ ਘਪਲਾ ਸੀ ਵੀਲ ਚੇਅਰ ਦਾ, ਜੋ ਸੈਂਟਰ ਸਰਕਾਰ ਨੇ ਭੇਜਿਆ ਸੀਆਂ ਕਾਫੀ ਵੀਲ ਚੇਅਰਾਂ, ਲੇਕਿਨ ਸੂਬੇ ਦੀ ਸਰਕਾਰ ਨੇ ਉਹ ਨਹੀਂ ਦਿੱਤੀਆਂ। ਆਖਿਰ ਫਿਰ ਉਹ ਵੀਲ ਚੇਅਰਾਂ ਕਿੱਥੇ ਚਲੀ ਗਈਆਂ? 11,000 ਦੇ ਚੈੱਕ ਲਏ ਨੇ ਸਰਪੰਚਾਂ ਤੋਂ। ਵੀਲ ਚੇਅਰ ਦੀ ਜਿਹੜੀ ਵੈਲਿਊ ਸੀਗੀ ਉਹ 3500 3000 ਦੀ ਸੀ, ਜਿਹੜੀ ਕਿ ਉਹ ਵੀ ਵਾਪਸ ਜਮ੍ਹਾਂ ਕਰਾਉਣੀ ਸੀ, ਨਾਲ ਵੀਲ ਚੇਅਰ ਵੀ ਲੈ ਗਏ, ਪੈਸੇ ਵੀ ਲੈ ਗਏ ਸਰਪੰਚਾਂ ਤੋਂ। ਉੱਥੇ ਇੱਕ ਪਿੰਡ ਦਾ ਹੈਂਡੀਕੈਪਟ ਨੂੰ ਬਹਾਨੇ ਨਾਲ ਤੇ ਸਰਪੰਚਾਂ ਨੇ ਤਾਂ ਦਿੱਤੇ ਵੀ ਚੱਲ ਪਿੰਡ ਦੇਾਂਗੇ ਉਹਨਾਂ ਨੂੰ। ਦੇਖੋ ਜੀ, ਆਮ ਬੰਦੇ ਨੇ ਜਿਹਨੇ ਸਾਈਕਲ ਖਰੀਦਿਆ ਨਹੀਂ ਨਾ, ਉਹਨੂੰ ਨਹੀਂ ਪਤਾ ਸਾਈਕਲ ਦੀ ਵੈਲਿਊ ਕਿੰਨੀ ਹੋਊਗੀ, ਜਿਹਨੇ ਵੀਲ ਚੇਅਰ ਕਦੇ ਖਰੀਦੀ ਨੂੰ ਰੇਟ ਦਾ ਕੀ ਪਤਾ ਹੈ ਜੀ। ਤੇ ਹੁਣ ਅਸੀਂ ਤਾਂ ਚਲੋ ਰੋਜ਼ ਜਾਂਦੇ ਹਾਂ, ਲੈਂਦੇ ਹਾਂ, ਕਿਤੇ ਬਣਾਉਂਦੇ ਹਾਂ, ਜਿਹੜੀਆਂ ਸਰਕਾਰਾਂ ਵੱਲੋਂ ਇਕਵਿਪਮੈਂਟਸ ਆਉਂਦੇ ਨੇ, ਵੀਲ ਚੇਅਰਾਂ, ਟਰਾਈਸਾਈਕਲ ਆਉਂਦੇ ਨੇ, ਇੰਨੇ ਰੱਦੀ ਦਰਜੇ ਦੇ ਨੇ ਨਾ, ਉਹਨਾਂ ਦੇ ਤੁਸੀਂ ਬਿੱਲ, ਮੇਰੇ ਕੋਲ ਪਏ ਆ ਬਿੱਲ, ਮੈਂ ਤੁਹਾਨੂੰ ਦਿਖਾ ਦੂੰਗਾ। ਗਰਾਊਂਡ ਦੇ ਵਿੱਚ ਜੇ ਉਹਦੀ ਆਪਾਂ ਲੁਧਿਆਣਾ ਹੱਬ ਆ, ਸਾਈਕਲ ਦੀ ਹੱਬ ਆ, ਤੇ ਸਰਕਾਰ ਵੀਲ ਚੇਅਰ, ਟਰਾਈਸਾਈਕਲ ਬਣਵਾ ਕੇ ਬੈਂਗਲੌਰ ਤੋਂ ਮੰਗਵਾ ਰਹੀ ਹੈ। ਮੈਨੂੰ ਸਮਝ ਨਹੀਂ ਆਉਂਦੀ, ਜਿਹੜੀ ਚੀਜ਼ ਉਰੇ ਵਧੀਆ ਮਿਲਦੀ ਆ, ਸਸਤੀ ਔਰ ਟਿਕਾਊ ਤੇ ਕਿਫਾਇਤੀ, ਇੱਥੋਂ ਕਿਉਂ ਨਹੀਂ ਲੈ ਰਹੇ? ਸਰਕਾਰ ਵੀ ਤਾਂ ਕਰ ਸਕਦੀ ਹੈ ਕਿ ਸਟੇਟ ਗਵਰਨਮੈਂਟ ਦੇ ਮਾਫ ਕਰਿਓ, ਸੈਂਟਰ ਦੇ ਕੋਲੋਂ ਪੈਸਾ ਆਉਂਦਾ ਤੇ ਹਰ ਇੱਕ ਹੈਂਡੀਕੈਪ ਦੇ ਖਾਤੇ ਦੇ ਵਿੱਚ ਬੈਲੈਂਸ ਪਾ ਦਿੱਤਾ ਜਾਵੇ, ਤੁਸੀਂ ਆਪਣੀ ਵੀਲ ਚੇਅਰ ਜਿੱਥੋਂ ਮਰਜ਼ੀ ਲੈ ਸਕਦੇ ਹੋ। ਇੱਦਾਂ ਦਾ ਇੱਕ ਪ੍ਰਾਵਧਾਨ ਕਿਉਂ ਨਹੀਂ ਆਉਂਦਾ? ਬਿਲਕੁਲ ਜੀ, ਬਿਲਕੁਲ ਇੱਦਾਂ ਦਾ ਹੋ ਜਾਵੇ ਵੀ ਉਹ ਪੈਸੇ ਇਸ ਹਿਸਾਬ ਨਾਲ ਹੋਣ ਵੀ ਉਹ ਜਾਂ DC ਸਾਹਿਬ ਨੂੰ ਦਿੱਤਾ ਹੋਵੇ। ਇੱਕ ਇਹਨਾਂ ਨੇ ਪੂਰੀ, ਜਿਵੇਂ ਲੁਧਿਆਣਾ ਹੀ ਲਾ ਲਓ ਆਪਾਂ, ਇੱਥੇ ਇੱਕ ਵੀਲ ਚੇਅਰ, ਟਰਾਈਸਾਈਕਲ ਬਣਾਉਣ ਵਾਲੀਆਂ ਕਿੰਨੀਆਂ ਕੰਪਨੀਆਂ ਹੋਣਗੀਆਂ, ਉਹਨੂੰ ਜਾਵੇ, ਇੱਕ ਸੌਖਾ ਪ੍ਰੋਸੈਸ ਹੋਵੇ, ਉਹਦਾ ਆਧਾਰ ਕਾਰਡ ਜਾਂ ਆਪਦਾ ਹੈਂਡੀਕੈਪ ਸਰਟੀਫਿਕੇਟ ਜਾ ਕੇ ਉੱਤੇ ਦੇਵੇ। ਉਹ ਕੰਪਨੀ, ਉਹ ਵੀ ਤਾਂ ਸਰਕਾਰਾਂ ਇੱਦਾਂ ਹੀ ਕਰਦੀਆਂ ਨੇ, ਜਿਹੜੇ ਜਦੋਂ ਤਾਂ ਇਹਨਾਂ ਨੇ ਆਪਦੀਆਂ ਫੈਸਿਲਿਟੀਆਂ MP MLA ਨੇ ਲੈਣੀ ਹੁੰਦੀਆਂ ਨੇ, ਇਹ ਸਿਰਫ ਨਾਂ ਲਿਖਦੇ ਆ, ਵਾਊਚਰ ਭਰ ਕੇ ਦੇ ਆਉਂਦੇ ਤੇ ਇਹਨਾਂ ਦੇ ਪੈਸੇ ਖਾਤਿਆਂ 'ਚ ਆ ਜਾਂਦੇ ਨੇ। ਤੇ ਹੈਂਡੀਕੈਪਟ ਨਹੀਂ ਐਂ ਕਰ ਸਕਦਾ ਵੀ ਮੈਂ ਜੀ ਇੰਨੇ % ਹੈਂਡੀਕੈਪਟ ਆ, ਮੈਨੂੰ ਆ ਵੀਲ ਚੇਅਰ ਚਾਹੀਦੀ ਆ, ਮੇਰਾ ਆਧਾਰ ਕਾਰਡ ਨੰਬਰ ਆ। ਆਧਾਰ ਕਾਰਡ ਤਾਂ ਇੱਕ ਬੰਦੇ ਦੇ 2 ਹੋ ਨਹੀਂ ਸਕਦੇ, ਉਂਗਲਾਂ ਵੱਢ ਕੇ ਥੋੜ੍ਹੀ ਹੋਰ ਬਣਾ ਲੂਗਾ ਉਹ। ਤੇ ਉਹਨੂੰ ਬਸ ਉਹ ਕਿਸੇ ਫੈਕਟਰੀ ਨਾਲ ਜਾਂ ਕਿਸੇ ਕੰਪਨੀ ਨਾਲ ਇੱਕ ਟਾਈ ਅਪ ਕੀਤਾ ਜਾਵੇ ਤੇ ਉਹਨਾਂ ਨੂੰ ਵੀਲ ਚੇਅਰ, ਟਰਾਈਸਾਈਕਲ ਮਿਲ ਜਾਵੇ ਉਸ ਵਧੀਆ ਦਰਜੇ ਦਾ, ਜਿੰਨੇ ਜੇ 6500 ਰੁਪਏ ਸਰਕਾਰ, ਸੈਂਟਰ ਸਰਕਾਰ ਵੀਲ ਚੇਅਰ ਤੇ ਲਾਉਂਦੀ ਆ, ਤੇ ਉਹ ਹੁੰਦਾ ਉਹ 2000-2500 ਵਾਲਾ। ਮੈਨੂੰ ਨਹੀਂ ਪਤਾ ਇਹ ਤਨਖਾਹਾਂ ਕਾਹਦੀਆਂ ਲੈਂਦੇ ਨੇ, ਕੰਮ ਨਹੀਂ ਕਰਦੇ। ਲੇਕਿਨ ਇਹ ਸਵਾਲ, ਮੁੱਦਾ ਬਹੁਤ ਵੱਡਾ ਹੈ, ਫਿਰ ਤੁਸੀਂ ਮੁੱਦੇ ਦੇ ਉੱਤੇ ਆਵਾਜ਼ ਬੁਲੰਦ ਕਿਉਂ ਨਹੀਂ ਕਰ ਰਹੇ ਹੋ? ਨਾ ਤੁਹਾਨੂੰ ਬਿਜਲੀ ਫ੍ਰੀ, ਨਾ ਤੁਹਾਨੂੰ ਕੋਈ ਨਿੱਜੀ ਸਹੂਲਤਾਂ ਫ੍ਰੀ, ਆਖਿਰ ਫਿਰ ਤੁਸੀਂ ਕੀ ਸੋਚ ਕੇ ਫਿਰ ਡਿਵੈਲਪਮੈਂਟ ਕਰ ਸਕਦੇ ਹੋ ਜਾਂ ਵੋਟ ਪਾਉਂਗੇ? ਮੈਂ ਹੁਣ ਆਪਣੀ ਸਰਕਾਰ ਦੇ ਕੈਪਟਨ ਸਾਹਿਬ ਨੇ ਲੇਡੀਜ਼ ਲਈ ਤਾਂ ਫ੍ਰੀ ਕਰਤਾ, ਲੇਡੀਜ਼ ਲਈ ਬੱਸਾਂ ਫ੍ਰੀ ਕਰਤੀਆਂ, ਹੈਂਡੀਕੈਪਟਾਂ ਦਾ ਫਿਰ ਅੱਧਾ ਕਰਾਇਆ, ਇਹ ਕਿਹੜੀ ਗੱਲ? ਉਹ ਮਰਦ ਨੇ,
ਨਹੀਂ ਅੱਛਾ ਜਿਹੜੀਆਂ ਲੇਡੀਜ਼ ਨੇ ਉਹ ਜ਼ਿਆਦਾ ਮਤਲਬ ਕਿ ਫਿਜ਼ੀਕਲ ਫਿੱਟ ਹੋ ਕੇ ਵੀ ਜੌਬਸ ਵਾਲੀਆਂ ਨੂੰ ਵੀ ਉਹਨਾਂ ਨੂੰ ਜ਼ਿਆਦਾ ਲੋੜਵੰਦ ਨੇ। ਜਿਹੜਾ ਬੰਦਾ ਬਿਲਕੁਲ ਵਿਹਲਾ, ਜਿਹਨੂੰ ਕੋਈ ਸੋਰਸ ਨਹੀਂ ਇਨਕਮ ਦਾ, ਜਿਹੜਾ ਕੁਝ ਐਫਰਟ ਹੀ ਨਹੀਂ ਕਰ ਸਕਦਾ, ਇਹ ਤਾਂ ਮੈਂ ਕਹਿਣਾ ਹੁੰਦਾ ਸੌਰੀ ਟੂ ਸੇ ਇਹ ਗੱਲ, ਪਰ ਜਿਹੜੇ ਫਿਜ਼ੀਕਲ ਫਿੱਟ ਨੇ ਉਹ ਤਾਂ ਖੋ ਕੇ ਵੀ ਖਾ ਲੈਣਗੇ, ਤੇ ਹੈਂਡੀਕੈਪਡ ਬੰਦਾ ਤਾਂ ਖੋ ਕੇ ਵੀ ਨਹੀਂ ਖਾ ਸਕਦਾ, ਉਹਨੂੰ ਤਾਂ ਕੋਈ ਦੇ ਦੂਗਾ। ਤਾਂ ਜਦੋਂ ਰਾਸ਼ਨ ਵੰਡਿਆ ਹੁਣ ਇਸ ਟਾਈਮ ਲੋਕਡਾਊਨ ਦੇ ਵਿੱਚ, ਤੁਸੀਂ ਉਹ ਵੀ ਕਵਰੇਜ ਕੀਤੀ ਸੀਗੀ ਜੀ, ਅਸੀਂ ਅੰਗਹੀਣਾਂ ਦੇ ਇਕੱਲੇ ਘਰ 'ਚ ਜਾ ਕੇ ਮੈਂ ਦੇ ਕੇ ਆਇਆ। ਲੇਕਿਨ ਮੈਂ ਉਸ ਸਮੇਂ 2 ਸਾਲ 1.5 ਸਾਲ ਦਾ ਸਮਾਂ ਹੋ ਗਿਆ, ਲੇਕਿਨ ਉਸ ਸਮੇਂ ਇੱਕ ਅੰਗਹੀਣ ਮਿਲੇ ਜਦੋਂ ਉੱਥੇ ਮੈਨੂੰ, ਅਤੇ ਉਹ ਗੱਲ ਸਾਈਡ 'ਤੇ ਲੈ ਕੇ ਮੈਨੂੰ ਕਹਿੰਦੇ ਨੇ ਕਿ ਅੱਜ ਨੂੰ ਮੈਂ ਜੋ ਮੰਗਣ ਨੂੰ ਮੈਨੂੰ ਮਜਬੂਰ ਹੋਇਆ ਵਾ ਨਾ, ਅਗਰ ਮੇਰੀ ਔਲਾਦ ਮੈਨੂੰ ਪੁੱਛਦੀ ਹੁੰਦੀ ਅੱਜ ਨੂੰ ਮੈਂ ਇੱਥੇ ਆ ਕੇ ਮੰਗਦਾ ਨਾ, ਮੈਨੂੰ ਜੋ ਉੱਥੇ ਆ ਕੇ ਮੰਗਣ 'ਤੇ ਜੋ ਇਨਸਲਟ ਫੀਲ ਹੋਈ, ਜੋ ਮੈਨੂੰ ਕੁਝ ਕਿਹਾ ਗਿਆ, ਉਹ ਚੀਜ਼ ਉਹ ਸੁਣ ਨਹੀਂ ਪਾਇਆ। ਲੇਕਿਨ ਉਸਨੇ ਰਾਸ਼ਨ ਤੱਕ ਨਹੀਂ ਲਿੱਤਾ ਸੀ ਉਸ ਸ਼ਖਸ ਨੇ। ਤੁਹਾਨੂੰ ਵੀ ਯਾਦ ਹੋਣਾ ਕੌਰ ਜੀ। ਹਾਂਜੀ, ਕਈਆਂ ਦਾ ਜ਼ਮੀਰ ਹੁੰਦਾ। ਮੈਂ ਇਸੇ ਗੱਲ ਤੇ ਇੱਕ ਕਰ ਰਿਹਾ ਸੀ ਵੀ ਜਿਵੇਂ ਬਿਜਲੀ ਫ੍ਰੀ ਜੇ ਸਰਕਾਰ ਕਰਦੀ ਆ, ਹੁਣ ਬਿਜਲੀ ਦਾ ਮੀਟਰ ਲੱਗਦਾ ਹੁੰਦਾ ਜਿਹਦੇ ਨਾਂ ਤੇ ਰਜਿਸਟਰੀ ਹੋਵੇ, ਤੇ ਰਜਿਸਟਰੀ ਕਿਸੇ ਅੰਗਹੀਣ ਦੇ ਨਾਂ ਤੇ ਉਹਦਾ ਘਰ ਆਪੀ ਨੇ ਉਹਦੇ ਘਰ ਦੇ ਕੱਢਣਗੇ। ਇਹ ਬੜੀਆਂ ਦੂਰ ਦੀਆਂ ਜਿਹੜੀਆਂ ਯੋਜਨਾਵਾਂ ਨੇ ਬਣ ਸਕਦੀਆਂ ਨੇ। ਸਰਕਾਰਾਂ ਪਤਾ ਨਹੀਂ ਸਾਡੇ ਵੱਲ ਧਿਆਨ ਦੇ ਕੇ ਕਿਉਂ ਨਹੀਂ ਰਾਜੀ, ਸਿਰਫ ਵੋਟਾਂ ਵੇਲੇ ਯਾਦ ਆਉਂਦੇ ਆ 4-5 ਸਾਲ ਬਾਅਦ ਅਸੀਂ, ਉਹ ਤਾਂ ਜਮੇ ਨਹੀਂ ਯਾਦ ਆਉਂਦੇ। ਸਾਡੀ ਕੋਈ ਮੰਤਰੀ ਸਾਨੂੰ ਮਿਲ ਕੇ ਰਾਜੀ ਨਹੀਂ ਜੀ, ਕਿਸੇ ਅਫਸਰ ਕੋਲ ਚਲੇ ਜਾਓ ਸੁਣਦਾ ਨਹੀਂ। ਆ ਪਿੱਛੇ ਜੇ ਇੱਕ ਹੁਣ ਸਾਡਾ ਅੰਗਹੀਣ ਭਰਾ ਆ ਹੈਬੋਵਾਲ ਦੇ ਵਿੱਚ ਵਾਈ ਬਲਾਕ ਦੇ ਵਿੱਚ, ਉਹਦਾ ਘਰ ਢਾਹ ਦਿੱਤਾ ਗਿਆ ਕਾਰਪੋਰੇਸ਼ਨ ਵੱਲੋਂ, ਜਿਹਦੇ ਤੇ ਮੈਂ ਚਾਹੁੰਦਾ ਮੇਰੇ ਪ੍ਰੈਸ ਵਾਲੇ ਵੀਰ ਥੋੜ੍ਹਾ ਜਿਹਾ ਜੇ ਧਿਆਨ ਦੇ ਦੇਣ। ਉਹਨੇ ਵਿਚਾਰੇ ਨੇ ਸਾਰੀ ਜ਼ਿੰਦਗੀ ਦੀ ਕਮਾਈ ਲਾ ਕੇ ਸਾਰੇ ਆਪਣੇ ਯਾਰਾਂ ਦੋਸਤਾਂ ਦਾ ਉਧਾਰ ਲੈ ਕੇ ਆਪਦਾ ਘਰ ਬਣਾਇਆ। ਉਹਦਾ ਸਿਰਫ 2 ਫੁੱਟ ਬਾਹਰ ਸੀਗਾ ਕਾਰਪੋਰੇਸ਼ਨ ਦੀ ਜਗ੍ਹਾ ਦੇ ਵਿੱਚ ਬਲਡੋਜ਼ਰ ਚਲਾਇਆ ਗਿਆ ਬਿਨਾਂ ਨੋਟਿਸ ਤੋਂ। ਉਹ ਜਦੋਂ ਢਾਇਆ ਤਾਂ ਉਹਦੀ ਸਾਰੀ ਛੱਤ ਢਹਿ ਗਈ, ਉਹ ਸਾਰਾ ਘਰ ਢਹਿ ਗਿਆ। ਇਹ ਨਹੀਂ ਵੀ ਉਹ ਤਾਂ ਇਕੱਲੇ ਦਾ ਬਾਹਰ ਸੀਗਾ, ਉੱਥੇ ਏਰੀਆ ਦੇ ਵਿੱਚ ਸਭ ਤੇ ਜਾ ਕੇ ਮੈਂ ਜਾ ਕੇ ਨਿਸ਼ਾਨਦੇਹੀ ਕਰਾਉਣਾ, ਮੈਂ ਵੀਡੀਓ ਮੇਰੀ ਬਣਾਓ ਸਾਹਮਣੇ ਲਾਈਵ, ਸਾਰਿਆਂ ਦੇ ਘਰ ਬਾਹਰ। ਉਹ ਤੋਂ ਕਿਸੇ ਦਾ ਕਿਉਂ ਢਾਇਆ, ਉਹਦਾ ਇਕੱਲੇ ਦਾ ਕਿਉਂ ਢਾਇਆ ਗਿਆ? ਕੀ ਗੱਲ ਵੀ ਅੰਗਹੀਣ ਉਹ ਆਵਾਜ਼ ਬੁਲੰਦ ਨਹੀਂ ਕਰ ਪਾਏਗਾ? ਹਾਂਜੀ, ਕਿਉਂਕਿ ਅੰਗਹੀਣ ਬੰਦੇ ਨਾਲ ਉਹਦੇ ਰਿਸ਼ਤੇਦਾਰ ਵੀ ਨਹੀਂ ਖੜਦੇ, ਉਹਦੇ ਸਕੇ ਮਾਂ ਪਿਓ ਵੀ ਨਹੀਂ ਖੜਦੇ ਹੈਗੇ, ਕਿਉਂਕਿ ਉਹਨਾਂ ਨੂੰ ਉਹ ਜਿਹੜਾ ਇੱਕ ਕਲੰਕ ਲੱਗਦਾ। ਮੈਨੂੰ ਤਾਂ ਲੱਗਦਾ ਵੀ ਜਿਵੇਂ ਅਸੀਂ ਬਹੁਤ ਵੱਡਾ ਕੋਈ ਪਾਪ ਕਰਤਾ ਹੁੰਦਾ ਸੀ, ਅੰਗਹੀਣ ਬਣ ਗਏ, ਕੋਈ ਪਾਪ ਕੀਤਾ ਕੋਈ ਬਹੁਤ ਵੱਡਾ। ਸਾਨੂੰ ਇੱਕ ਸਮਾਜ ਦੇ ਵਿੱਚ ਵੀ ਨਹੀਂ ਐਕਸੈਪਟ ਕੀਤਾ ਜਾਂਦਾ, ਸਾਡੇ ਘਰ ਦੇ ਵੀ ਨਹੀਂ ਐਕਸੈਪਟ ਕਰਦੇ। ਮੈਂ ਆਮ ਤੌਰ 'ਤੇ ਗੱਲ ਕਰਦਾ ਹੁੰਦਾ ਕਿ ਸਾਡੇ ਮਾਂ ਪਿਓ ਨੇ ਜਦੋਂ ਵਿਆਹ ਬੂਹ 'ਤੇ ਵੀ ਜਾਣਾ ਹੋਵੇ, ਬੱਚੇ ਨੂੰ ਛੇਤੀ ਲੈ ਕੇ ਨਹੀਂ ਜਾਂਦੇ। 90% ਕਿ ਕਿਤੇ ਨਾ ਕਿਤੇ ਹੈਜ਼ੀਟੇਟ ਕਰਦੇ ਨੇ। ਲੇਕਿਨ ਸਾਨੂੰ ਪਹਿਲੇ ਸਮਾਜ ਨੂੰ ਸੁਧਰਨਾ ਪਊਗਾ ਨਾ ਕੌਰ ਜੀ, ਸਾਨੂੰ ਸਮਾਜ ਨੂੰ ਸੁਧਰ ਕੇ ਤੁਹਾਨੂੰ ਆਪਣਾ ਮੰਨਣਾ ਪਊਗਾ ਕਿ ਸਾਨੂੰ ਜੋ ਕਈ ਲੋਕ ਜਿਹੜੇ ਨੇ ਹੋਰ ਕਿਸੇ ਨਿਗਾਹ ਨਾਲ ਦੇਖਦੇ ਨੇ, ਉਹਨਾਂ ਨੂੰ ਉਹ ਸਭ ਕੁਝ ਭੁੱਲ ਕੇ ਆਪਣਾ ਇੱਕ ਭਾਈ ਸੋਚ ਕੇ ਤਾਂ ਹੀ ਸਮਾਜ ਫਿਰ ਅੱਗੇ ਚੱਲ ਸਕਦਾ। ਫਿਰ ਤੁਹਾਡੇ ਅੰਦਰ ਜੋ ਅਲੱਗ ਵਿਚਾਰਧਾਰਾ ਆਉਂਦੀ ਹੈ ਉਹ ਬਦਲ ਸਕਦੀਆਂ ਨੇ। ਬਿਲਕੁਲ ਜੀ, ਬਿਲਕੁਲ। ਹੁਣ ਜਿਹੜੇ ਉੱਚ ਆਮ ਤੌਰ 'ਤੇ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਬੰਦਾ ਨਾ ਹਾਈ ਸੀਟ 'ਤੇ ਬੈਠਾ ਹੁੰਦਾ, ਉਹ 'ਚ ਬੜੀ ਮੈਂ ਪਹਿਲਾਂ ਸ਼ੁਰੂ 'ਚ ਹੀ ਗੱਲ ਕਰੀ ਸੀ ਕਿ ਜਦੋਂ ਤੁਹਾਡਾ ਰੁਤਬਾ ਵੱਧਦਾ ਨਾ, ਉਦੋਂ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਵੱਧਦੀਆਂ ਨੇ। ਮੈਂ ਆਪਦੇ ਆਪ ਨੂੰ ਗੁਨਾਹਗਾਰ ਕਿਉਂ ਫੀਲ ਕਰ ਰਿਹਾ ਕਿ ਮੈਂ ਅੰਗਹੀਣਾਂ ਖਾਤਰ, ਆਪਣੇ ਭਰਾਵਾਂ ਖਾਤਰ, ਭੈਣ ਭਰਾਵਾਂ ਖਾਤਰ ਕੁਝ ਕਰ ਨਹੀਂ ਸਕਿਆ। ਇਹ ਜਿਹੀਆਂ ਚੇਅਰਮੈਨੀਆਂ ਤੋਂ ਕੀ ਲੈਣਾ? ਤੁਸੀਂ ਜਦੋਂ ਕਰ ਹੀ ਨਹੀਂ ਪਾਏ ਫਿਰ ਚੇਅਰਮੈਨੀ ਦਾ ਭਾਰ ਕਿਉਂ ਸੰਭਾਲਿਆ? ਛੱਡ ਤੂੰ। ਮੈਂ ਇੱਕ ਪੰਜਾਬੀ 'ਚ ਕਹਾਵਤ ਆ, ਕੁੱਤੇ ਝਾਕ ਊਂਠ ਦਾ ਬੁੱਲ ਡਿੱਗੂਗਾ। ਮੈਨੂੰ ਆਂਦਾ ਵੀ ਹੁਣ, ਕਿਉਂਕਿ ਜਦੋਂ ਵੀ ਕਿਸੇ ਨਾਲ ਮੀਟਿੰਗ ਕਰੋ, ਨੈਕਸਟ ਟਾਈਮ ਤੁਹਾਡਾ ਕੰਮ ਇਹ ਹੋ ਜਾਊਗਾ, ਹੁਣ ਸੁਬਰਾਮਨੀਅਮ ਜੀ ਨੇ, ਮੈਂ ਨਾਂ ਲੈ ਕੇ ਕਹਿਣਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ, ਹਾਂਜੀ, ਉੱਥੇ ਉਹ ਅੰਗਹੀਣ ਵੀਰ ਆਪਦੀ ਫਰਿਆਦ ਲੈ ਕੇ ਗਿਆ, ਉਹਨੂੰ ਉਲਟਾ ਗਾਲਾਂ ਕੱਢ ਕੇ ਭਜਾਇਆ ਗਿਆ ਹੈ। ਉਹ ਕੀ ਗੱਲ ਤੁਸੀਂ ਕਿਉਂ ਨਹੀਂ ਸੁਣਨ 'ਚ ਤੁਹਾਨੂੰ ਕੀ ਪ੍ਰੋਬਲਮ ਆ ਕਿਸੇ ਦੀ ਗੱਲ ਹੈ? ਤੁਸੀਂ ਕੀ ਵੀ ਆਪਦੇ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਗਾਜ ਡਿੱਗ ਸਕਦੀ ਹੈ ਤਾਂ ਕਰਕੇ? ਇਹ ਮੁਲਾਜ਼ਮ ਨਹੀਂ ਕਰਦਾ ਤਾਂ ਕਰਕੇ? ਕਿ ਕੀ ਗੱਲ ਅੰਗਹੀਣ ਦੀ ਕੋਈ ਸੁਣਵਾਈ ਕਿਉਂ ਨਹੀਂ? ਇੱਥੇ ਤਾਂ ਫਿਜ਼ੀਕਲ ਫਿੱਟ ਦੀ ਨਹੀਂ ਸੁਣਵਾਈ ਹੈਗੀ। ਕਿਵੇਂ ਅਸੀਂ ਧਰਨਾ ਨਹੀਂ ਦੇ ਸਕਦੇ, ਅਸੀਂ ਕੰਧ ਅਸੀਂ ਹੁਣ ਪਹਿਲਾਂ ਆਫਿਸ ਹੁੰਦੇ ਜਿਹੜੇ ਅਫਸਰਾਂ ਦੇ, ਪੌੜੀਆਂ ਚੜ੍ਹ ਕੇ ਹੁੰਦੇ, ਅੰਗਹੀਣ ਬੰਦੇ ਜਾਣੇ। ਸਿੰਪਲ ਜੀ ਗੱਲ ਹੈ ਕੌਰ ਜੀ, ਅਗਰ ਤੁਹਾਡੇ ਲਈ ਸਰਕਾਰਾਂ ਸੋਚਦੀਆਂ ਹੁੰਦੀਆਂ ਤਾਂ ਬੱਸਾਂ ਦੇ ਵਿੱਚ ਇੱਕ ਸਲੈਬ ਬਣਿਆ ਹੁੰਦਾ ਕਿ ਵੀਲ ਚੇਅਰ ਉੱਤੇ ਰੱਖਦੀ ਤਾਂ ਆਟੋਮੈਟਿਕ ਅੰਦਰ ਜਾ ਕੇ ਵੀਲ ਚੇਅਰ 'ਚ ਉਹ ਅੰਗਹੀਣ ਬਹਿ ਸਕਦਾ ਤੇ ਉਸ ਤੋਂ ਬਾਅਦ ਅਲੱਗ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਤੁਹਾਡੀ ਸਹੂਲਤ ਲਈ ਕੁਝ ਅਲੱਗ ਐਡਮਿਨਿਸਟ੍ਰੇਟ ਕਰਦੀ ਤੇ ਲੋਕਾਂ ਨੂੰ ਤਕਲੀਫ ਨਾ ਆਉਂਦੀ। ਇਹ ਸਭ ਕੁਝ ਨਹੀਂ ਕੀਤਾ ਜਾ ਰਿਹਾ। ਤੇ ਲੇਕਿਨ ਹੁਣ ਤੁਹਾਨੂੰ ਲੱਗਦਾ ਕਿ ਸਰਕਾਰਾਂ ਹੁਣ 2022 ਦੇ ਇਲੈਕਸ਼ਨ ਤੋਂ ਪਹਿਲੇ, ਚਲੋ ਮੈਂ ਤਾਂ ਪਰਮਾਤਮਾ ਅੱਗੇ ਅਰਜ਼ ਕਰੂੰਗਾ, ਵੱਡੇ ਅਧਿਕਾਰੀ ਆ, ਲੀਡਰ ਦੇ ਕੋਲ ਇੰਟਰਵਿਊ ਪਹੁੰਚੇ ਤਾਂ ਉਹ ਕੁਝ ਕਰਨ, ਲੱਗਦਾ ਕਰ ਸਕਦੇ ਨੇ? ਕਿਉਂ ਨਹੀਂ ਕਰ ਸਕਦੇ ਜੀ? ਹੁਣ ਇਹਨਾਂ ਦੇ ਭ੍ਰਿਸ਼ਟ ਅਫਸਰ ਰਿਸ਼ਵਤ ਲੈਣੋਂ ਹਟ ਜਾਣ। ਕਿਵੇਂ ਕਿ ਤੁਸੀਂ ਨਵੀਂ ਬਿਲਡਿੰਗ ਕੋਈ ਬਣਦੀ ਆ, ਉਹਦੇ ਵਿੱਚ ਕਾਨੂੰਨ ਆ ਵੀ 10-15 ਡਿਗਰੀ 22 ਡਿਗਰੀ ਤੱਕ ਜਿਹੜਾ ਵੀ ਆ ਰੈਂਪ ਹੋਣਾ ਚਾਹੀਦਾ, ਵੀਲਚੇਅਰ ਦੀ ਐਂਟਰੀ ਜ਼ਰੂਰੀ ਆ, ਪੁੱਡਾ ਅਪਰੂਵਡ ਜਾਂ ਕੋਈ ਵੀ ਜੋ ਦੇਸ਼ ਦਾ ਕਾਨੂੰਨ ਆ ਬਿਲਡਿੰਗ ਨੂੰ। ਇਹ ਪੈਸੇ ਲੈ ਕੇ ਬਿਨਾਂ ਵੀਲਚੇਅਰ ਦੀ ਐਂਟਰੀ ਤੋਂ ਸਾਰੀਆਂ ਬਿਲਡਿੰਗਾਂ ਬਣਾਉਂਦੀਆਂ। ਤੁਸੀਂ ਚਲੋ ਪ੍ਰਾਈਵੇਟ ਤਾਂ ਫਿਰ ਰਿਸ਼ਵਤ ਦੇ ਕੇ ਬਣਾ, ਜਿਹੜੀ ਸਰਕਾਰੀ ਆ ਉਹ ਕਿਵੇਂ? ਹੁਣ ਤੁਸੀਂ ਕਿਤੇ ਜਾਇਓ ਹਸਪੀਟਲ ਦੇ ਵਿੱਚ, ਜਿੱਥੇ ਕੋਈ ਖਿੜਕੀ ਬਣਦੀ ਆ, ਜਿੱਥੇ ਆਪਾਂ ਕੋਈ ਦੇਣੀ ਆ ਰਿਸਿਪਟ ਜਾਂ ਕੋਈ ਐਪਲੀਕੇਸ਼ਨ ਦੇਣੀ ਆ,
ਉਹ ਹਮੇਸ਼ਾ ਇਸ ਲੈਵਲ ਤੇ ਹੁੰਦੀ ਆ। ਜਿਹੜਾ ਵੀਲਚੇਅਰ ਵਾਲਾ ਬੰਦਾ ਉਹ ਇਸ ਲੈਵਲ ਤੇ ਕਿਵੇਂ ਆਊਗਾ? ਹਾਊ ਕੈਨ ਇਟ ਪੋਸੀਬਲ? ਵੀਲਚੇਅਰ ਵਾਲੇ ਫਿਰ ਤੁਸੀਂ ਉਦੋਂ ਵੀ ਸ਼ਾਇਦ ਕਵਰ ਕੀਤਾ ਸੀ ਇਹ ਗੱਲ ਨੂੰ, ਜਿੰਨੇ ਬਾਥਰੂਮ ਬਣੇ ਹੋਏ ਨੇ ਸਫਾਈ ਮਾਫੀਆ ਦਾ ਕਬਜ਼ਾ ਇਹਨਾਂ ਤੇ, ਸਰਕਾਰੀ ਬਾਥਰੂਮਾਂ ਦਾ, ਉਹ ਲਾਈਵ ਦਿਖਾਇਆ ਵੀ ਸੀਗਾ। ਅਤੇ ਹੁਣ ਤਾਂ ਉਸ ਖਬਰ ਦਾ ਕੋਈ ਅਸਰ ਹੋਇਆ ਨਹੀਂ ਸਰਕਾਰਾਂ ਤੇ। ਅੱਜ ਵੀ ਤੁਸੀਂ ਦੇਖ ਲਓ ਗਿੱਲ ਰੋਡ ਤੇ ਐਂਟਰੀ ਤੇ ਸਮਰਾਲਾ ਚੌਂਕ, ਜਿੰਨੇ ਵੀ ਜਿਹੜੇ ਇਹਨਾਂ ਨੇ 15 20 ਲੱਖ ਰੁਪਈਆ ਐਮਪੀ ਸਾਹਿਬ ਨੇ ਲਾ ਕੇ ਬਣਾਏ ਹੋਏ ਨਾ ਇਹ ਬਾਥਰੂਮ ਵੀਲਚੇਅਰ ਲਈ ਐਂਟਰੀ ਲਈ, ਉਹਨਾਂ 'ਚ ਕੀ ਹੋ ਰਿਹਾ? ਕ੍ਰਾਈਮ ਦੇ ਅੱਡੇ ਬਣ ਚੁੱਕੇ ਨੇ ਉਹ ਤਾਂ। ਇਹ ਕ੍ਰਾਈਮ ਹੀ ਆ ਜਿਹੜਾ ਕਬਜ਼ਾ ਕੀਤਾ ਨਜਾਇਜ਼ ਸਫਾਈ ਕਰਮਚਾਰੀਆਂ ਨੇ ਹੈਂਡੀਕੈਪਡ ਦੀ ਫਲਸ਼ ਦੇ ਵਿੱਚ। ਕੀ ਸਾਡਾ ਹੁਣ 2022 ਦਾ ਸਾਡੇ ਜੀ ਜਿੰਨੇ ਮੇਰੇ ਭੈਣ ਭਰਾ ਨੇ ਅੰਗਹੀਣ, ਸਾਰੇ ਅਸੀਂ ਇਕਜੁੱਟ ਹੋ ਰਹੇ। ਤਕਰੀਬਨ 20,000 ਤੋਂ 25,000 ਆ ਜਿਹੜਾ ਮੇਰੇ ਇਨ ਟੱਚ ਆ ਅੰਗਹੀਣ ਭੈਣ ਭਰਾ, ਜਿਹੜੇ ਕਿ ਵੋਟਰ ਤਾਂ ਉਹਨਾਂ ਦੇ ਭੈਣ ਭਾਈ ਵੀ ਨੇ, ਹਸਬੈਂਡ ਵਾਈਫ ਨੇ ਵੀ, ਉਹ ਸਾਰੇ ਪਰਿਵਾਰ ਦੀਆਂ ਵੋਟਾਂ 'ਚ 3 ਵੋਟਾਂ ਵੀ ਇੱਕ ਦੇ ਤੇ 1 ਲੱਖ ਵੋਟ ਤੇ 75,000 ਤੋਂ 1 ਲੱਖ ਦੇ ਵਿੱਚ ਵੋਟ ਬਣ ਜਾਣੀਆਂ। 6.5 ਲੱਖ PWD ਪਰਸਨ ਵਿਦ ਡਿਸੇਬਿਲਟੀ, 6,54,000 ਜਿਹੜਾ ਕਿ ਪੰਜਾਬ ਗੌਰਮੈਂਟ ਕੋਲ ਰਜਿਸਟਰਡ ਆ। ਇਹ ਸਾਰੇ ਅੰਗਹੀਣ ਇੱਕ ਪਾਸੇ ਹੋ ਜਾਣ, ਸਰਕਾਰ ਇਹ ਬਣਾ ਲੈਣਗੇ। ਬਿਲਕੁਲ। ਇਹ ਸਰ ਨਕੌਰ ਸਿੰਘ ਸਾਡੇ ਨਾਲ ਮੌਜੂਦ ਸੀਗੇ। ਮੁੱਦਾ ਜਿਹੜਾ ਬਹੁਤ ਹੀ ਵੱਡਾ ਮੁੱਦਾ ਹੈ, ਸਰਕਾਰਾਂ 2022 ਦੇ ਚੁਣਾਵ ਜਿਹੜੇ ਨਜ਼ਦੀਕ ਆ ਚੁੱਕੇ ਹੋਏ ਨੇ। ਸਰਕਾਰਾਂ ਜਿਹੜੀਆਂ ਲਗਾਤਾਰ ਅਲੱਗ-ਅਲੱਗ ਬਿਆਨਬਾਜ਼ੀਆਂ ਦੇ ਰਹੀਆਂ ਨੇ, ਕਈ ਸਹੂਲਤਾਂ ਮੁੱਢਲੀ ਸਹੂਲਤਾਂ ਜਿਹੜੀਆਂ ਨੇ ਉਹ ਦੇਣ ਦੇ ਦਾਅਵੇ ਕਰਦੀਆਂ, ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਹੈ ਕੌਰ ਸਿੰਘ ਨੇ ਆਖੀ ਹੈ ਕਿ ਜਿਹੜੀ ਸਾਡੀ ਸਹੂਲਤਾਂ ਨੇ ਆਖਿਰ ਉਹ ਕਿੱਥੇ ਜਾਂਦੀਆਂ ਨੇ। ਆਖਿਰ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਜਦੋਂ ਕਿਹਾ ਜਾਂਦਾ ਹੈ ਕਿ ਇੱਥੇ ਜਿਹੜੇ ਅੰਗਹੀਨ ਹੈਗੇ ਨੇ ਉਹ ਉੱਥੋਂ ਜਾ ਸਕਦੇ ਨੇ, ਇਹਨਾਂ ਵਾਸਤੇ ਸਲਾਈਡਰ ਬਣਾਏ ਗਏ ਹੋਣਗੇ, ਲੇਕਿਨ ਉਹ ਵੀ ਨਹੀਂ ਬਣਦੇ ਨੇ। ਲੇਕਿਨ ਸਭ ਤੋਂ ਵੱਡੀ ਗੱਲ ਤਾਂ ਵਿਸ਼ਾ ਆਹ ਹੈ ਕਿ ਹੁਣ 2022 ਦੇ ਇਲੈਕਸ਼ਨਾਂ ਦੇ ਵਿੱਚ ਜੋ ਸੁਪਨੇ ਦਿਖਾਏ ਜਾਂਦੇ ਨੇ ਕਿ ਉਹ ਸੁਪਨੇ ਨੂੰ ਹੁਣ ਹਕੀਕਤ ਬਣਾਇਆ ਜਾਊਗਾ, ਕਿ ਹੁਣ ਇਹਨਾਂ ਦੀ ਜਿਹੜੀ ਪੂਰੀ ਵੋਟ ਹੈ ਕਿ ਇਹ ਵੋਟ ਹੁਣ 2022 ਦੇ ਵਿੱਚ ਪਾਣਗੇ ਕਿ ਨਹੀਂ ਪਾਣਗੇ, ਕਿ ਲੋਕ ਮੰਤਰੀਆਂ ਤੱਕ ਆਪਣੀ ਆਵਾਜ਼ ਬੁਲੰਦ ਕਰਨਗੇ। ਲੁਧਿਆਣਾ ਤੋਂ ਹਨੀ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।